Amen. Thank you for reading ਲਈ ਰਿਫਲੈਕਸ਼ਨ ਵਿੱਚ ਜਾਣ ਤੋਂ ਪਹਿਲਾਂ ਮੈਂ ਰਿਕੁਐਸਟ ਕਰਾਂਗੀ ਕਿ ਅੰਕਲ ਕਾਸ਼ਿਫ ਸਾਨੂੰ ਜ਼ਬੂਰ 4 ਦਾ ਕੰਤਰਾ ਗਾਣ ਕੇ ਸੁਣਾਉਣਗੇ। ਜੀ ਥੈਂਕ ਯੂ। ਜ਼ਬੂਰ 4 ਜਿਹੜਾ ਹੈ ਉਹਦੀ ਧੁਨ ਮੈਂ ਉਹ ਸੁਣਾਵਾਂਗਾ ਜਿਹੜੀ ਕਿ ਅਸੀਂ ਸੁਣਦੇ ਆਏ ਹਾਂ। ਇਕਬਾਲ ਬਾਹੂ ਨੇ ਓਰੀਜਨਲੀ ਇਸ ਗੀਤ ਨੂੰ ਗਾਇਆ ਸੀ ਤੇ ਉਹਦੀ ਓਰੀਜਨਲ ਧੁਨ ਜਿਹੜੀ ਕਿ tahleemresources.com ਤੇ ਹੈ ਉਹ ਹਾਈਏ ਮੈਂ ਪ੍ਰਿਪੇਅਰ ਨਹੀਂ ਕੀਤੀ, ਲੇਕਿਨ ਜਿਹੜੀ ਧੁਨ ਇਕਬਾਲ ਬਾਹੂ ਜੀ ਨੇ ਗਾਈ ਹੈ ਮੈਂ ਉਹਨੂੰ ਗਾ ਕੇ ਤੇ 2 ਬੋਲ ਸ਼ੇਅਰ ਕਰਨਾ। ਜਦੋਂ ਤੈਨੂੰ ਪੁਕਾਰਾਂ ਮੈਂ ਤੂੰ ਸੁਣ ਸੱਚਾਈ ਦੇ ਰੱਬਾ, ਮੇਰਾ ਦੁੱਖ ਦੂਰ ਕੀਤਾ ਤੂੰ, ਦੁਆ ਸੁਣ ਰਹਿਮ ਵੀ ਫਰਮਾ। ਤੁਸੀਂ ਲੋਕੋ ਮੇਰੀ इज्जत करोगे ख्वार कद तीकर, तुसी लोको मेरी इज्जत करोगे ख्वार कद तीकर, रखोगे झूठ नू प्यारा चलोगे झूठ दे राह पर, जदों तैनू पुकारां मैं तू सुन सच्चाई दे रब्बा। आमीन। Amen. Thank you. ਆਓ ਹੁਣ ਅਸੀਂ ਪਾਸਟਰ ਐਰਿਕ ਸਰਵਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਇਨ ਪਰਸਨ ਨੇ। ਚੌਹਾਨ ਸਾਹਿਬ ਨੇ ਸਾਨੂੰ ਇੰਗਲੈਂਡ ਤੋਂ, ਅੰਕਲ ਜੋਸ਼ਵਾ, ਸਿਸਟਰ ਜੋਤੀ ਔਰ ਐਂਜਲ ਔਰ ਮੈਂ ਆਪੀ, ਅਸੀਂ ਸਦਰਨ ਕੈਲੀਫੋਰਨੀਆ ਪੈਸੀਫਿਕ ਟਾਈਮ ਤੋਂ ਤੁਹਾਨੂੰ ਸਾਰੇ ਦੋਸਤਾਂ, ਸੱਜਣਾ, ਮਿੱਤਰਾਂ, ਭੈਣਾਂ ਭਰਾਵਾਂ ਨੂੰ ਸਲਾਮ, ਜੈ ਮਸੀਹ ਦੀ। ਜਿਹੜੇ ਲੋਕ ਸਾਡੇ ਨਾਲ ਦੁਬਾਰਾ ਜੁੜੇ ਨੇ ਔਰ ਅੱਜ ਅਸੀਂ ਬੜੇ ਖੁਸ਼ ਹਾਂ ਕਿ ਅਸੀਂ ਦੁਬਾਰਾ ਤੋਂ ਜ਼ਬੂਰ ਜ਼ੋਨ ਜਿਹੜਾ ਵੇ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਔਰ ਇਹ ਜਿਹੜਾ ਬੋਝ ਹੈ ਤੁਹਾਡੇ ਸਾਹਮਣੇ ਵੇਖ ਕੇ ਅਸੀਂ ਜਿਹੜੇ ਜ਼ਬੂਰਾਂ ਦੀ ਕਿਤਾਬ, ਜਿਹੜਾ ਖੁਦਾ ਦਾ ਕਲਾਮ, ਖੁਦਾ ਦਾ ਇਲਹਾਮ ਜਿਹੜਾ ਵੇ, ਖੁਦਾ ਦਾ ਸਾਹ ਜਿਹੜਾ ਵੇ, ਕਲਾਮ ਜਿਹੜਾ ਕਹਿੰਦਾ ਵੇ, ਉਹਨੂੰ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਤੁਹਾਡੇ ਨਾਲ ਸਾਡੇ ਨਾਲ ਵੰਡੀਏ। ਔਰ ਇਸ ਲਈ ਅਸੀਂ ਇਹਦਾ ਮੀਡੀਅਮ ਪੰਜਾਬੀ ਰੱਖਣੇ ਆ ਤਾਂ ਕਿ ਜਿਹੜੇ ਸਾਡੇ ਪੰਜਾਬੀ ਕੰਟੈਕਸ ਹੈ ਅਸੀਂ ਉਹਦੇ ਵਿੱਚ ਗੱਲਬਾਤ ਕਰ ਸਕੀਏ। ਅੱਜ ਦੀ ਜਿਹੜੀ ਐਪੀਸੋਡ ਹੈ ਬੜੀ ਇੰਪੋਰਟੈਂਟ ਹੈ, ਉਹ ਇਸ ਲਈ ਬੜੀ ਅਹਿਮ ਹੈ ਕਿ ਅੱਜ ਅਸੀਂ ਛੇੜਨ ਲੱਗੇ ਹਾਂ ਇੱਕ ਐਸੇ ਬੰਦੇ ਨੂੰ ਬਾਈਬਲ ਦੇ ਵਿੱਚੋਂ ਔਰ ਐਸੇ ਕਰੈਕਟਰ ਨੂੰ ਕਿ ਜਿਹੜਾ ਤਕਰੀਬਨ ਕੋਈ ਸਾਰਿਆਂ ਨਾਲ ਜ਼ਿਆਦਾ ਅਗਰ ਵੇਖਿਆ ਜਾਏ ਤੇ ਬਾਈਬਲ ਦੇ ਜਿੰਨੇ ਕਰੈਕਟਰਸ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਅਗਰ ਵੇਖਿਆ ਜਾਏ ਤੇ ਤਕਰੀਬਨ 59 ਟਾਈਮਸ ਉਹਦਾ ਨਾਮ ਐਡ ਹੋਇਆ ਵੇ। ਔਰ ਉਹ ਕੌਣ ਹੈ ਜੀ? ਉਹ ਵੇ ਜੀ ਇਸਰਾਈਲ ਦਾ ਸ਼ੀਰੀਨ ਨਗਮਾ ਸਾਜ਼, ਜਿਹਦੇ ਬਾਰੇ ਖੁਦਾ ਕਹਿੰਦਾ ਕਿ ਮੈਨੂੰ ਮੇਰੇ ਦਿਲ ਦੇ ਮੁਆਫਿਕ ਬੰਦਾ ਮਿਲ ਗਿਆ ਵੇ। ਉਹ ਵੇ ਜੀ ਦਾਊਦ ਬਾਦਸ਼ਾਹ, ਜਿਹਨੂੰ ਅਸੀਂ ਜਾਣਦੇ ਹਾਂ ਡੇਵਿਡ ਅਲ ਮਲਖ ਜਾਂ ਦਾਊਦ ਅਲ ਮਲਖ ਜਿਹਨੂੰ ਕਿਹਾ ਜਾਂਦਾ ਵੇ ਇਬਰਾਨੀ ਦੇ ਵਿੱਚ। ਔਰ ਤਕਰੀਬਨ ਬਾਈਬਲ ਦੇ ਵਿੱਚੋਂ ਇਬਰਾਹਿਮ ਔਰ ਖੁਦਾਵੰਦ ਯਿਸੂ ਮਸੀਹ ਔਰ ਬਾਕੀ ਜਿਹੜੇ ਮੋਜ਼ਸ ਔਰ ਬਾਕੀ ਕਰੈਕਟਰ ਤੋਂ ਇਲਾਵਾ ਜਿਨ੍ਹਾਂ ਨੂੰ ਚੈਪਟਰ ਦਿੱਤੇ ਗਏ ਨੇ, ਸਾਰਿਆਂ ਨਾਲੋਂ ਜ਼ਿਆਦਾ 66 ਚੈਪਟਰ ਜਿਹੜੇ ਨੇ, 66 ਚੈਪਟਰ ਜਿਹੜੇ ਨੇ ਬਾਈਬਲ ਦੇ ਵਿੱਚ, ਉਹ ਦਾਊਦ ਦੇ ਨਾਂ ਤੇ ਨੇ। ਇੰਟਰਸਟਿੰਗਲੀ ਔਰ ਮਤਲਬ ਏਡਾ ਇੰਪੋਰਟੈਂਟ ਕਰੈਕਟਰ ਕਿ ਪੂਰੀ ਬਾਈਬਲ ਦੀ ਸਟੋਰੀ ਨੈਰੇਟਿਵ ਜਿਹੜਾ ਵੇ ਉਹ ਇਸ ਕਰੈਕਟਰ ਦੇ ਆਲੇ ਦੁਆਲੇ ਘੁੰਮਦਾ ਵੇ ਔਰ ਇਹ ਸਾਨੂੰ ਇੰਸਪਾਇਰ ਕਰਦਾ ਵੇ। ਲੇਕਿਨ ਅੱਜ ਅਸੀਂ ਜਿਹੜੇ ਜ਼ਬੂਰ ਸ਼ੁਰੂ ਕਰਨ ਲੱਗੇ ਜੀ, ਤੁਹਾਂ ਇਹਦੋਂ ਪਹਿਲਾਂ ਵੇਖਿਆ ਕਿ ਅਸਾਂ ਬਨੀ ਕੋਰਾ ਦੇ ਜ਼ਬੂਰ ਖਤਮ ਕੀਤੇ ਨੇ, ਅਸਾਂ ਆਸਫ ਦੇ ਜ਼ਬੂਰ ਖਤਮ ਕੀਤੇ ਨੇ, ਅਸਾਂ ਸੁਲੇਮਾਨ ਦਾ ਜ਼ਬੂਰ ਖਤਮ ਕੀਤਾ ਵੇ। ਜਦੋਂ ਤੋਂ ਜਿਹੜੇ ਮੀਰ ਮੁਗੰਨੀ ਨੇ, ਚੀਫ ਮਿਊਜ਼ੀਸ਼ੀਅਨ ਨੇ, ਅਸਾਂ ਉਹਨਾਂ ਦੇ ਜ਼ਬੂਰਾਂ ਤੇ ਡਿਸਕਸ਼ਨ ਕੀਤੀ ਹੈ। ਅੱਜ ਅਸੀਂ ਲੈ ਕੇ ਚੱਲਾਂਗੇ ਦਾਊਦ ਦੇ ਜ਼ਬੂਰਾਂ ਨੂੰ। ਔਰ ਦਾਊਦ ਦੇ ਟੋਟਲ ਬਾਈਬਲ ਦੇ ਵਿੱਚ ਜਿਹੜਾ ਵੇ ਅਮੂਮਨ ਸਮਝਿਆ ਇਹ ਜਾਂਦਾ ਵੇ ਕਿ 150 ਮਜ਼ਾਮੀਰ ਦਾਊਦ ਦੇ ਨੇ, ਲੇਕਿਨ ਸਾਨੂੰ ਪਤਾ ਹੈ ਕਿ ਦਾਊਦ ਦੇ ਨਹੀਂ ਨੇ। ਆਲ ਤੋਂ ਵੱਡਾ ਹਿੱਸਾ ਤਕਰੀਬਨ 70 ਤੋਂ 73 ਜ਼ਬੂਰ ਨੇ ਜਿਨ੍ਹਾਂ ਦੇ ਉੱਤੇ ਦਾਊਦ ਦਾ ਨਾਮ ਲਿਖਿਆ ਹੋਇਆ ਹੈ। ਸੋ ਇਹ ਵੀ ਅਨਸਰਟੇਨਿਟੀ ਹੈ ਕਿ ਉਹ ਦਾਊਦ ਨੇ ਲਿਖੇ ਸਨ ਜਾਂ ਦਾਊਦ ਵਾਸਤੇ ਲਿਖੇ ਗਏ ਜਾਂ ਦਾਊਦ ਨੇ ਕਿਸੇ ਹੋਰ ਵਾਸਤੇ ਲਿਖ ਕੇ ਦਿੱਤੇ। ਸੋ ਦੈਟ ਵੀ ਡਜ਼ਨਟ ਨੋ, ਲੇਕਿਨ predominantly the majority part ਜਿਹੜਾ ਵੇ ਜ਼ਬੂਰਾਂ ਦਾ ਉਹ ਦਾਊਦ ਦੇ ਨਾਵਾਂ ਤੋਂ ਮੌਜੂਦ ਹੈ। ਔਰ ਇਸੇ ਲਈ ਦੁਨੀਆ ਦੇ ਤਿੰਨੇ ਹੀ ਵੱਡੇ ਮਜ਼ਾਹਬ ਜਿਹੜੇ ਮੋਨੋਥਿਸਟਿਕ ਰਿਲੀਜਨ ਨੇ, ਜੂਡਾਇਜ਼ਮ, ਕ੍ਰਿਸਚੈਨਿਟੀ ਐਂਡ ਇਸਲਾਮ,
ਤਿੰਨੇ ਦੇ ਤਿੰਨੇ ਹੀ ਦਾਊਦ ਨੂੰ ਐਜ਼ ਅ ਨਬੀ, ਦਾਊਦ ਨੂੰ ਖੁਦਾ ਦਾ ਖਾਦਮ, ਦਾਊਦ ਨੂੰ ਖੁਦਾ ਦਾ ਇਲਹਾਮ ਔਰ ਜ਼ਬੂਰਾਂ ਦੀ ਕਿਤਾਬ ਨੂੰ ਖੁਦਾ ਦਾ ਕਲਾਮ ਸਮਝ ਕੇ ਅਸੀਂ ਸਾਰਿਆਂ ਨੂੰ ਕੀ ਕਰਨੇ ਆ, ਉਹਨੂੰ ਅਸੀਂ ਕਬੂਲ ਕਰਨੇ ਆ। ਸੋ ਆਈਏ ਅੱਜ ਅਸੀਂ ਜਿਹੜਾ ਜ਼ਬੂਰ ਤੇ ਜਿਹੜਾ ਪੜ੍ਹਿਆ ਗਿਆ ਤੁਹਾਡੇ ਸਾਹਮਣੇ, ਔਰ ਇਹਦੇ ਵਿੱਚ ਅਸੀਂ ਜਿਹੜੀ ਗੱਲ ਕਰਾਂਗੇ ਜ਼ਬੂਰ ਦੇ ਵਿੱਚ ਉਤਰਨ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਥੋੜਾ ਜਿਹਾ ਦਾਊਦ ਦਾ ਜਿਹੜਾ ਬੈਕਗਰਾਉਂਡ ਹੈ, ਦਾਊਦ ਦੇ ਬਾਰੇ ਜਿਹੜੇ ਥੋੜੇ ਜਿਹੇ ਮਿਸਕਨਸੈਪਸ਼ਨਸ ਜਿਹੜੇ ਨਾ ਉਹ ਮੈਂ ਥੋੜੇ ਜਿਹਾ ਤੁਹਾਡੇ ਨਾਲ ਸ਼ੇਅਰ ਕਰਾਂ। ਤਾਂ ਉਂਝ ਤਾਂ ਵੈਸੇ ਅਸੀਂ ਜਿਹੜੇ ਜ਼ਬੂਰ ਤੇ ਜਾਵਾਂਗੇ ਕੋਈ ਨਾ ਕੋਈ ਅਸੀਂ ਦਾਊਦ ਦੀ ਲਾਈਫ ਦਾ ਕਰੈਕਟਰ ਅਸੀਂ ਉੱਥੋਂ ਲਵਾਂਗੇ, ਲੇਕਿਨ ਅੱਜ ਟੂ ਸੈਟ ਅ ਟੋਨ ਤਾਂ ਕਿ ਅਸੀਂ ਸਮਝ ਸਕੀਏ ਕਿ ਦਾਊਦ ਦਾ ਔਰ ਜ਼ਬੂਰਾਂ ਦਾ ਕੰਟੈਕਸਟ ਜਿਹੜਾ ਵੇ ਉਹ ਕੀ ਹੈ। ਸੋ ਨੰਬਰ 1 ਤੁਸੀਂ ਵੇਖਦੇ ਹੋ ਕਿ ਜਿਹੜਾ ਬਾਈਬਲ ਦੇ ਪਹਿਲੀ ਕਿਤਾਬ ਜ਼ਬੂਰਾਂ ਦੀਆਂ 5 ਕਿਤਾਬਾਂ ਨੇ ਤੁਹਾਨੂੰ ਪਤਾ ਵੇ, ਔਰ 5 ਦੀਆਂ 5 ਕਿਤਾਬਾਂ ਮੈਂ ਬਾਰ-ਬਾਰ ਜ਼ਿਕਰ ਕਰਨਾ ਕਿ ਤੌਰਾਤ ਨੂੰ ਰਿਪਰੈਜ਼ੈਂਟ ਕਰਦੀਆਂ ਨੇ। ਜਿਵੇਂ ਤੌਰਾਤ ਦੀਆਂ ਪਹਿਲੀਆਂ 5 ਕਿਤਾਬਾਂ ਨੇ ਪੈਦਾਇਸ਼, ਖਰੂਜ, ਅਹਬਾਰ, ਗਿਣਤੀ, ਇਸਤਸਨਾ, ਇਸੇ ਤਰੀਕੇ ਦੇ ਨਾਲ ਜ਼ਬੂਰ ਦੀਆਂ 5 ਕਿਤਾਬਾਂ ਜਿਹੜੀਆਂ ਨੇ ਉਹ ਪੈਦਾਇਸ਼, ਖਰੂਜ, ਅਹਬਾਰ, ਗਿਣਤੀ ਔਰ ਡਿਟਰੋਨਮੀ ਨੂੰ ਦੁਬਾਰਾ ਰਿਪੀਟ ਕਰਦੀਆਂ ਨੇ। ਜ਼ਬੂਰਾਂ ਦੀ ਪਹਿਲੀ ਕਿਤਾਬ ਦੇ ਵਿੱਚੋਂ ਤੁਸੀਂ ਵੇਖੋਗੇ ਕਿ ਜਿਹੜੇ ਸਕ੍ਰਾਈਬਸ ਨੇ, ਜਿਹੜੇ ਰੱਬੀਆਂ ਨੇ, ਜਦੋਂ ਜ਼ਬੂਰਾਂ ਦੀ ਕਿਤਾਬ ਨੂੰ ਜਦੋਂ ਕੰਪਾਈਲ ਕੀਤਾ ਵੇ, ਪਹਿਲਾ ਜ਼ਬੂਰ ਜਿਹੜਾ ਵੇ ਨਾ ਉੱਥੇ ਵੇਖੋਗੇ ਖੁਦਾ ਦੀ ਸ਼ਰੀਅਤ ਤੇ। ਕਿਵੇਂ? ਕਿਉਂਕਿ ਖੁਦਾ ਦੀ ਸ਼ਰੀਅਤ ਜਿਵੇਂ ਪਹਿਲਾਂ ਕਿਹਾ ਵੇ ਮੂਸਾ ਦੀ ਤੌਰਾਤ ਉੱਥੋਂ ਸ਼ੁਰੂ ਹੁੰਦੀ ਹੈ। ਜ਼ਬੂਰ ਨੰਬਰ 2 ਜਿਹੜਾ ਵੇ ਉਹ ਬਾਦਸ਼ਾਹ ਨੂੰ ਪੇਸ਼ ਕਰਦਾ ਵੇ, ਕਿੰਗਡਮ ਨੂੰ ਪੇਸ਼ ਕਰਦਾ ਵੇ। ਜਿਵੇਂ ਕਿੰਗਡਮ ਪੇਸ਼ ਹੁੰਦੀ ਹੈ ਉਹਦੇ ਬਾਅਦ ਤੀਸਰਾ ਜ਼ਬੂਰ ਜਿਹੜਾ ਵੇ ਉਹਦਾ ਸਰਨਾਮਾ ਵੇ ਜੀ दाऊद का मजमूर जब वो अपने बेटे अबी सलूम के सामने से भागा। ठीक है, ਇਹ ਸਟੋਰੀ ਅਸੀਂ ਜਾ ਕੇ ਪੜਾਂਗੇ ਬਾਅਦ ਚੋਂ ਜਦੋਂ ਮੌਕਾ ਮਿਲੇਗਾ ਸਾਨੂੰ। ਲੇਕਿਨ ਜਿਹੜਾ ਸਾਡਾ ਚੈਨਲ ਹੈ, ਜਿਹੜਾ ਸਾਡਾ ਚਰਚ ਦਾ ਪੇਜ ਹੈ, ਇਹਦੇ ਤੇ ਤੁਹਾਨੂੰ ਜ਼ਬੂਰ ਨੰਬਰ 3 ਜਿਹੜਾ ਵੇ ਉਹ ਆਲਰੇਡੀ ਜਿਹੜੇ ਅਸਾਂ ਪੈਨੀਟੈਂਸ਼ੀਅਲ ਸਾਮ ਕੀਤੇ ਹਨ ਨਾ, ਤੌਬਾ ਦੇ ਜ਼ਬੂਰ ਜਿਹੜੇ ਹਨ ਮਗਫਰਤ ਦੇ, ਉਹਨਾਂ ਦੇ ਵਿੱਚ ਅਸੀਂ ਜ਼ਬੂਰ ਨੰਬਰ 3 ਕਵਰ ਕਰ ਚੁੱਕੇ ਹਾਂ। ਸੋ ਇਸ ਲਈ ਅੱਜ ਅਸੀਂ ਜ਼ਬੂਰ 3 ਤੇ ਨਹੀਂ ਜਾਵਾਂਗੇ। ਲੇਕਿਨ ਉਹਦੇ ਬਾਅਦ ਜ਼ਬੂਰ ਨੰਬਰ 4 ਜਦੋਂ ਅਸੀਂ ਆਉਂਦੇ ਹਾਂ ਉਹਦਾ ਸਰਨਾਮਾ ਕਹਿੰਦਾ ਵੇ ਕਿ ਜੀ मीर मुगन्नी के लिए तारदार साजों के साथ दाऊद का मजमूर। ਜਿਹੜਾ ਗ੍ਰੀਕ ਵੇ ਨਾ ਆਪਣਾ ਮੇਰਾ ਬਟਨ ਜਿਹੜਾ ਨਾ ਮੇਰੇ ਇਹਦੇ ਵਿੱਚ ਫਸ ਗਿਆ। ਓਕੇ, ਸੋ ਜ਼ਬੂਰ ਨੰਬਰ 3 ਤੇ ਜ਼ਬੂਰ ਨੰਬਰ 4 ਇਹ ਦੋਵੇਂ ਜ਼ਬੂਰ ਜਿਹੜੇ ਨੇ ਗ੍ਰੀਕ ਸੈਪਟੁਐਜੈਂਟ ਜਿਹੜਾ 200 ਸਾਲ ਯਿਸੂ ਮਸੀਹ ਦੇ ਪੈਦਾ ਹੋਣ ਤੋਂ ਪਹਿਲਾਂ ਅਲੈਗਜ਼ੈਂਡਰੀਆ ਤੇ ਤਰਜਮਾ ਕੀਤਾ ਗਿਆ ਪੁਰਾਣਾ ਐਹਦਨਾਮਾ, ਉਹਦੇ ਵਿੱਚ 3 ਤੇ 4 ਨੰਬਰ ਜ਼ਬੂਰ ਇੱਕ ਹੀ ਹੈ, ਕੰਬਾਈਨਡ ਜ਼ਬੂਰ ਹੈ। ਸੋ ਇਸ ਲਈ ਅਸੀਂ ਜਦੋਂ ਜ਼ਬੂਰ 3 ਨੂੰ ਪੜ੍ਹਦੇ ਹਾਂ ਤੇ ਜ਼ਬੂਰ ਨੰਬਰ 4 ਐਕਚੁਅਲੀ ਉਹਦੀ ਕੰਟੀਨਿਊਟੀ ਹੈ। ਠੀਕ ਹੈ, ਅੱਛਾ, ਉਹਦੀ ਕੰਟੀਨਿਊਟੀ ਜਾਣ ਤੋਂ ਪਹਿਲਾਂ ਤੁਸੀਂ ਵੇਖੋਗੇ ਕਿ ਦਾਊਦ ਦਾ ਜਿਹੜਾ ਪਹਿਲਾ ਜ਼ਬੂਰ ਰੱਖਿਆ ਗਿਆ ਜ਼ਬੂਰ ਨੰਬਰ 3 ਉਹ ਉਸ ਦੌਰ ਦਾ ਜ਼ਬੂਰ ਹੈ ਜਦੋਂ ਦਾਊਦ ਬਾਦਸ਼ਾਹ ਆਪਣੇ ਹੀ ਸਾਰਨਾ ਵੱਡੇ ਪੁੱਤਰ ਅਬੀਸਲੋਮ ਦੇ ਹੱਥੋਂ ਅੱਗੇ ਨੱਠਦਾ ਵੇ ਆਪਣੀ ਬਾਦਸ਼ਾਹੀ ਔਰ ਆਪਣੀ ਕਿੰਗਡਮ ਬਚਾਉਣ ਲਈ। ਦੈਟਸ ਸੱਚ ਅ ਟ੍ਰੈਜਿਕ ਸਟੋਰੀ। ਸੋ ਦਾਊਦ ਬਾਦਸ਼ਾਹ ਹੀ ਇਜ਼ ਅ ਵੈਰੀ ਪਾਵਰਫੁਲ, ਵੈਰੀ ਇਨਫਲੂਐਂਸ਼ੀਅਲ। ਲੇਕਿਨ ਬਾਈਬਲ ਮੁਕੱਦਸ ਸਾਨੂੰ ਦੱਸਦੀ ਹੈ ਕਿ ਜੀ ਖੁਦਾ ਦੇ ਲੋਕ ਜਿਨ੍ਹਾਂ ਨੂੰ ਖੁਦਾ ਨੇ ਚੁਣਿਆ ਬੁਲਾਇਆ ਉਹ ਕੋਈ ਸੁਪਰ ਹਿਊਮਨ ਨਹੀਂ ਸਨ, ਦੇ ਵਰ ਨਾਟ ਪਰਫੈਕਟ ਪੀਪਲ। ਖੁਦਾ ਨੇ ਉਹਨਾਂ ਦੀ ਕਮਜ਼ੋਰੀਆਂ ਦੇ ਨਾਲ, ਉਹਨਾਂ ਦੀਆਂ ਖਤਾਵਾਂ ਗਲਤੀਆਂ ਦੇ ਨਾਲ ਖੁਦਾ ਨੇ ਉਹਨਾਂ ਨੂੰ ਕਬੂਲ ਕੀਤਾ, ਬੁਲਾਇਆ ਔਰ ਇਸਤੇਮਾਲ ਕੀਤਾ। ਔਰ ਇਹ ਸਾਰਿਆਂ ਨਾਲੋਂ ਵੱਡਾ ਸਾਈਨ ਹੈ ਬਾਈਬਲ ਮੁਕੱਦਸ ਦੀ ਅਥੈਂਟਿਸਿਟੀ ਔਰ ਕ੍ਰੈਡੀਬਿਲਿਟੀ ਦਾ। ਜਿਹੜੇ ਲੋਕ ਐਲਾਨ ਕਰਦੇ ਨਾ ਜਾਂ ਅਨਾਉਂਸ ਕਰਦੇ ਨੇ ਕਿ ਜੀ ਬਾਈਬਲ ਬਦਲ ਗਈ ਹੈ ਤੇ ਕ੍ਰਿਸਚਨਾਂ ਨੇ ਬਾਈਬਲ ਬਦਲ ਦਿੱਤੀ ਹੈ ਤੇ ਇਹ ਕਰ ਦਿੱਤਾ ਉਹ ਕਰਤਾ, ਅਗਰ ਬਦਲੀ ਹੁੰਦੀ ਇਨਸਾਨੀ ਕੰਮ ਹੁੰਦਾ ਤੇ ਸਾਰਿਆਂ ਨਾਲੋਂ ਪਹਿਲਾਂ ਜਿਹੜੇ ਇਹਨਾਂ ਦੇ ਫਲॉड ਕਰੈਕਟਰ ਸਨ ਨਾ, ਜਿਹੜੇ ਇਹਨਾਂ ਨੇ ਕਵਾਂਗਾ ਕਿ ਜਿਹੜੇ ਇਹਨਾਂ ਨੇ ਗਲਤੀਆਂ ਤੇ ਗੁਨਾਹ ਕੀਤੇ ਹੁੰਦੇ, ਵੀ ਮੂਸਾ ਨੂੰ ਖੁਦਾ ਨੇ ਸਜ਼ਾ ਦਿੱਤੀ, ਆਪਣੇ ਮੁਲਕ ਮੌਤਾਂ 'ਚ ਨਹੀਂ ਜਾ ਸਕਿਆ। ਦਾਊਦ ਦੇ ਗੁਨਾਹ ਨੂੰ ਖੁਦਾ ਨੇ ਨਾਤਨ ਨਬੀ ਦੇ ਵਸੀਲੇ ਐਕਸਪੋਜ਼ ਕੀਤਾ ਤੇ ਜਿੰਨਾ ਅਗਰ ਤਬਦੀਲ ਕੀਤਾ ਹੁੰਦਾ ਤੇ ਉਹ ਕਦੀ ਵੀ ਏਡੇ ਸੇਕਰਡ ਔਰ ਏਡੇ ਇੰਪੋਰਟੈਂਟ ਲੋਕਾਂ ਦੇ ਫਲॉज ਬਾਈਬਲ ਦੇ ਵਿੱਚ ਰਹਿਣ ਨਾ ਦਿੰਦੇ, ਫਿਰ ਉਹ ਫਿਰ ਉਹਨੂੰ ਮੁਕੰਮਲ ਪਰਫੈਕਟ ਇਨਸਾਨ ਬਣਾ ਕੇ ਪੇਸ਼ ਕਰਦੇ। ਸੋ ਦਿਸ ਇਜ਼ ਅਨਦਰ ਸਾਈਨ कि Bible has not been changed, it has not been corrupted. This is a perfect divine word of God with all the flawed characters ਜਿਹੜੇ ਕਿ ਇਹਦੇ ਵਿੱਚ ਦਿੱਤੇ ਗਏ ਨੇ। ਸੋ ਆਓ ਅੱਜ ਅਸੀਂ ਵੇਖਦੇ ਹਾਂ ਜੀ ਦਾਊਦ ਬਾਦਸ਼ਾਹ ਦਾ ਤਾਰਫ। ਪਹਿਲਾਂ ਵੇਖਦੇ ਹਾਂ ਕਿ ਦਾਊਦ ਬਾਦਸ਼ਾਹ ਦਾ ਪਹਿਲਾ ਸਾਰਿਆਂ ਨਾਲੋਂ ਤਾਰਫ ਜਿਹੜਾ ਵੇ ਉਹ ਕਿੱਥੇ ਹੋਇਆ ਤੇ ਕਿਵੇਂ ਹੋਇਆ ਵੇ। ਸੋ ਜੀ ਸਿਸਟਰ ਜੋਤੀ ਪੜ੍ਹਨਗੇ ਜੀ ਪਹਿਲਾ ਰੈਫਰੈਂਸ ਸੈਮੂਅਲ ਦੀ ਪਹਿਲੀ ਕਿਤਾਬ ਹੈ ਔਰ ਉਹਦਾ 13ਵਾਂ ਬਾਬ ਤੇ 14ਵੀਂ ਆਇਤ। ਵੇਖੋ ਜੀ ਪੜ੍ਹਦੇ ਹਾਂ ਜੀ ਕੀ ਬੰਦੇ ਦਾ ਤਾਰਫ ਕਿਵੇਂ ਕਰਵਾਇਆ ਖੁਦਾ ਨੇ। ਹਾਂਜੀ ਪੜਾਂਗੇ ਪਹਿਲਾ ਸੈਮੂਅਲ ਉਹਦਾ 13 ਬਾਬ ਉਹਦੀ 14 ਆਇਤ। ਪਰ ਹੁਣ ਤੇਰਾ ਰਾਜ ਹਮੇਸ਼ਾ ਤੱਕ ਨਹੀਂ ਰਹੇਗਾ। ਪ੍ਰਭੂ ਆਪਣੇ ਮਨਪਸੰਦ ਦੇ ਕਿਸੇ ਦੂਜੇ ਆਦਮੀ ਨੂੰ ਆਪਣੇ ਲਈ ਚੁਣੇਗਾ ਅਤੇ ਆਪਣੇ ਲੋਕਾਂ ਤੇ ਰਾਜ ਉਸ ਨੂੰ ਦੇਵੇਗਾ। ਠੀਕ ਹੈ ਜੀ, ਮੇਰੇ ਕੋਲ ਉਰਦੂ ਚ ਲਿਖਿਆ ਜੀ ਔਰ ਇਹਦਾ ਬੈਕਗਰਾਉਂਡ ਹੈ ਵੀ ਸਾਊਲ ਪਹਿਲਾ ਬਾਦਸ਼ਾਹ ਬਨੀ ਇਸਰਾਇਲ ਕੌਮ ਦਾ। ਜਦੋਂ ਬਨੀ ਇਸਰਾਇਲ ਨੇ ਕਿਹਾ ਜੀ ਸੈਮੂਅਲ ਨਬੀ ਸੀ, ਸੈਮੂਅਲ ਬਾਦਸ਼ਾਹ ਵੀ ਸੀ, ਸੈਮੂਅਲ ਨਬੀ ਵੀ ਸੀ ਔਰ ਸੈਮੂਅਲ ਪ੍ਰੀਸਟ ਵੀ ਸੀ।
ਉਹਨੇ ਕਿਹਾ ਜੀ ਜਿਵੇਂ ਬਾਕੀ ਕੌਮਾਂ ਦੇ ਆਲੇ ਦੁਆਲੇ ਸਾਡੇ ਬਸਤੀਆਂ ਨਾ, ਜਿਵੇਂ ਉਹਨਾਂ ਦੇ ਬਾਦਸ਼ਾਹ ਨੇ, ਉਹਨਾਂ ਦੇ ਕਿੰਗਡਮ ਹੈ, ਉਹਨਾਂ ਦਾ ਸਿਸਟਮ ਹੈ, ਸਾਨੂੰ ਵੀ ਬਾਦਸ਼ਾਹ ਦਾ ਇੱਕ, ਠੀਕ ਹੈ। ਸੋ ਉਹਨਾਂ ਨੇ ਬਾਕੀ ਲੋਕਾਂ ਨੂੰ, ਕਲਚਰ ਨੂੰ ਵੰਦਿਆ ਹੋਇਆ, ਉਹਨਾਂ ਵੀ ਆਪਣੇ ਵਾਸਤੇ ਸੇਮ ਚੀਜ਼ ਮੰਗੀ। ਖੁਦਾ ਨੇ ਉਹਨਾਂ ਨੂੰ ਗ੍ਰਾਂਟ ਕਰ ਦਿੱਤਾ, ਓਕੇ ਜੀ ਮੈਂ ਤੁਹਾਨੂੰ ਬਾਦਸ਼ਾਹ ਦਵਾਂਗਾ। ਲੇਕਿਨ ਪਹਿਲਾ ਹੀ ਬਾਦਸ਼ਾਹ ਜਿਹੜਾ ਸਾਊਲ ਸੀ ਨਾ, ਉਹ ਨਾਕਾਮ ਹੋ ਗਿਆ। ਮਤਲਬ ਫਸਟ failed monarch of the 12 tribe of Israel। ਔਰ ਇਹ ਗੱਲ ਹੈ ਖੁਦਾਵੰਦ ਯਿਸੂ ਮਸੀਹ ਦੇ ਪੈਦਾ ਹੋਣ ਤੋਂ 877 ਸਾਲ ਪਹਿਲਾਂ, ਯਾਨੀ ਤਕਰੀਬਨ 9 ਸਦੀਆਂ, 900 ਸਾਲ ਪਹਿਲਾਂ ਇਹ ਵਾਕਿਆ ਸਾਰੇ ਜਿਹੜੇ ਨਾ ਇਹ ਹੁੰਦੇ ਨੇ ਯਿਸੂ ਮਸੀਹ ਦੇ ਪੈਦਾ ਹੋਣ ਤੋਂ। ਸੋ ਅਸੀਂ ਵੇਖਦੇ ਹਾਂ ਕਿ ਪਹਿਲਾ ਬਾਦਸ਼ਾਹ ਰਿਫਿਊਜ਼ ਹੋ ਗਿਆ, ਉਹਨੇ ਬਨੀ ਅਮੋਨੀਆ ਨਾਲ ਲੜਾਈ ਜਿਹੜੀ ਹੋ ਰਹੀ ਸੀ, ਉਹਨੇ ਖੁਦਾ ਦੀ ਨਾਫਰਮਾਨੀ ਕੀਤੀ ਤੇ ਖੁਦਾ ਨੇ ਉਹਨੂੰ ਬਾਦਸ਼ਾਹ ਤੋਂ ਕੀ ਕਰ ਦਿੱਤਾ, ਫੈਸਲਾ ਕੀਤਾ ਖੁਦਾ ਉਹਨੂੰ ਬਾਦਸ਼ਾਹ ਨਹੀਂ ਰੱਖੇਗਾ। ਹੁਣ ਇਸ ਕੰਟੈਕਸਟ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਸੈਮੂਅਲ ਜਿਹੜਾ ਵੇ ਉਹ ਸਾਊਲ ਦੇ ਕੋਲ ਗਿਆ ਵੇ, ਤੁਹਾਨੂੰ ਕੀ ਕਹਿੰਦਾ ਪਿਆ, ਉਰਦੂ ਚ ਮੈਂ ਪੜਨ ਲੱਗਾ ਵਾਂ, 14ਵੀਂ ਆਇਤ ਲਿਖੀਏ, लेकिन अब तेरी सल्तनत कायम ना रहेगी। क्यों? वजह की ये, क्योंकि खुदावंद ने एक शख्स को जो उसके दिल के मुताबिक है तलाश कर लिया है। वाह वाह, मतलब बड़ा काम है ना तलाश करने वाला। ਤੁਸੀਂ ਅੰਦਾਜ਼ਾ ਕਰੋ ਬਾਈਬਲ ਵਿੱਚ ਦੋ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਖੁਦਾ ਤਲਾਸ਼ ਕਰਦਾ ਹੈ। ਹਿਜ਼ਕੀਏਲ ਨਬੀ ਕਹਿੰਦਾ ਜੀ ਕਿ ਖੁਦਾ ਫਰਮਾਂਦਾ ਹੈ ਮੈਂ ਲੱਭਿਆ, ਮੈਂ ਢੂੰਡਿਆ, ਮੈਂ ਤਲਾਸ਼ ਕੀਤਾ ਕਿ ਮੈਨੂੰ ਕੋਈ ਇੱਕ ਸ਼ਖਸ ਮਿਲੇ ਜਿਹੜਾ ਇਸ ਕੌਮ ਲਈ ਰਖਨੇ 'ਚ ਖੜਾ ਹੋ ਜਾਏ, ਯਾਨੀ ਇੰਟਰਸੀਡ ਕਰੇ, ਲੋਕਾਂ ਦੀ ਸ਼ਿਫਾਇਤ ਕਰੇ। ਇਹ ਹਿਜ਼ਕੀਏਲ ਲੱਭ ਦੱਸਦਾ ਖੁਦਾ ਇਹੋ ਜਿਹੇ ਬੰਦੇ ਲੱਭਦਾ। ਦੂਸਰੀ ਵਾਰ ਯਿਸੂ ਮਸੀਹ ਨੇ ਸਾਮਰੀ ਔਰਤ ਨਾਲ ਗੁਫ਼ਤਗੂ ਕਰਦਿਆਂ ਖੂਹ ਤੇ ਕਿਹਾ ਸੀ ਯੋਹਨਾ ਦੀ ਇੰਜੀਲ 4 ਬਾਬ ਦੇ ਵਿੱਚ ਕਿ ਖੁਦਾ ਰੂਹ ਹੈ ਔਰ ਐਸੇ ਪਰਸਤਾਰ ਲੱਭਦਾ ਵੇ ਜਿਹੜੇ ਰੂਹ ਸਚਾਈ ਨਾਲ ਕੀ ਕਰਨ ਦੀ ਉਹਦੀ ਪ੍ਰਸਤਿਸ਼ ਕਰਨ। ਸੋ ਖੁਦਾ ਸੱਚੇ ਪਰਸਤਾਰ ਲੱਭਦਾ ਵੇ ਤੇ ਖੁਦਾ ਦੁਆ ਕਰਨ ਵਾਲੇ ਲੋਕ ਲੱਭਦਾ ਵੇ। ਇਹ ਦੋ ਬੰਦੇ ਖੁਦਾ ਆਪ ਲੱਭਦਾ ਵੇ। ਇਹ ਤੀਸਰਾ ਰੈਫਰੈਂਸ ਹੈ ਜਿੱਥੇ ਖੁਦਾ ਸੈਮੂਅਲ ਨਬੀ ਦੇ ਵਸੀਲੇ ਕਹਿਣ ਡਿਆ ਵੇ ਕਿ ਮੈਂ ਇੱਕ ਸ਼ਖਸ ਨੂੰ ਜਿਹੜਾ ਮੇਰੇ ਦਿਲ ਦੇ ਮੁਤਾਬਿਕ ਮੈਂ ਕੀ ਕੀਤਾ ਵੇ, ਮੈਂ ਤਲਾਸ਼ ਕਰ ਲਿਆ। ਇੰਟਰਸਟਿੰਗਲੀ ਆਈ ਫਾਊਂਡ ਇਟ। ਔਰ ਦੂਜੇ ਨੰਬਰ ਤੇ ਨਾ ਸਿਰਫ ਤਲਾਸ਼ ਕਰ ਲਿਆ ਵੇ ਬਲਕਿ ਉਹਨੂੰ ਆਪਣੀ ਕੌਮ ਦਾ ਕੀ ਬਣਾਇਆ, ਪੇਸ਼ਵਾ, ਲੀਡਰ। ਹੀ ਵਿਲ ਬੀ ਅ ਲੀਡਰ। ਅੱਛਾ, ਤੇ ਦਿਲਚਸਪ ਗੱਲ ਹੈ ਵੇ ਜਿਹੜਾ ਬੰਦਾ ਲੀਡਰ ਹੈ ਨਾ, ਉਹ 14-15 ਸਾਲ ਦਾ ਮੁੰਡਾ, ਉਹ ਭੇਡਾਂ ਚਲਾਉਣ ਡਿਆ, ਮਿਊਜ਼ਿਕ ਵਜਾਉਣ ਡਿਆ ਤੇ ਭੇਡਾਂ ਦੇ ਮਗਰ ਤੇ ਕਦੀ ਪੈਲੀਆਂ ਦੇ ਮਗਰ ਤੇ ਕਦੀ ਕਿੱਥੇ, ਉਹਨੂੰ ਫਿਕਰ ਫਾਕਾ ਕੋਈ ਨਹੀਂ। ਮਤਲਬ ਉਹ ਆਪਣੀ ਦੁਨੀਆ 'ਚ, ਉਹਦੀ ਆਪਣੀ ਵਰਲਡ ਜਿਹੜੀ ਹੈ, ਹੀ ਇਜ਼ ਅ ਸ਼ੈਪਰਡ ਸਿੰਗਰ, ਉਹ ਉਹਨੂੰ ਪਤਾ ਵੀ ਨਹੀਂ ਹੈ। ਔਰ ਖੁਦਾ ਵੇਖੋ ਕਿੱਥੋਂ ਖੁਦਾ ਵਹਿੰਦਾ ਪਿਆ, ਖੁਦਾ ਨੇ ਡਿਜ਼ਾਈਨ ਕੀਤਾ, ਆਰਕੈਸਟ੍ਰੇਟਡ ਕੀਤਾ ਵੇ, ਐਂਡ ਗॉड हैज ਚੋਜ਼ਨ ਵਨ। ਠੀਕ ਹੈ, ਇੰਪੋਰਟੈਂਟ ਚੀਜ਼ ਜਿਹੜੀ ਸੈਮੂਅਲ ਦੀ ਕਿਤਾਬ ਇੱਕ ਹੋਰ ਗੱਲ ਸਾਨੂੰ ਦੱਸਦੀ ਹੈ ਕਿ ਮਿਨਿਸਟਰੀ ਜਿਹੜੀ ਹੈ ਦੈਟਸ ਨਾਟ ਬੇਸਡ ਔਨ ਏਜ ਐਂਡ ਐਕਸਪੀਰੀਅੰਸ। ਅਸੀਂ ਸਮਝਦੇ ਹਾਂ ਕਿ ਸ਼ਾਇਦ ਬੰਦਾ ਜਿੱਦਾਂ ਬਜ਼ੁਰਗ ਹੋਏਗਾ ਕਿ ਮੇਰੇ ਵਰਗੀ ਚਿੱਟੀ ਦਾੜੀ ਆ ਗਈ ਹੋਗੀ, ਜਾਂ ਚੌਹਾਨ ਵਰਗੇ ਸਾਹਿਬ ਦੀ ਚਿੱਟੀ ਦਾੜੀ ਆ ਗਈ ਹੋਏਗੀ, ਜਾਂ ਅੰਕਲ ਜੋਸ਼ੂਆ ਵਰਗਾ ਕੋਈ ਕੋਨਾ ਸਾਲ ਹੋਏਗਾ ਤੇ ਫਿਰ ਖੁਦਾ ਬੁਲਾਏਗਾ ਐਕਸਪੀਰੀਅੰਸ। ਨੋ ਨੋ ਨੋ, ਗॉड ਡਸਨਟ ਕਾਲਡ ਬਾਈ ਐਕਸਪੀਰੀਅੰਸ ਔਰ ਐਜੂਕੇਸ਼ਨ। God only finds a person which has a true heart with God। ਉਹਦੇ ਨਾਲ ਏਜ ਦਾ ਕੋਈ ਤਾਲੁਕ ਨਹੀਂ ਹੈ, ਯਾਦ ਰੱਖੋ। ਕਿਉਂ? ਵੀ ਤੁਹਾਨੂੰ ਇੱਕ ਹੋਰ ਮਿਸਾਲ ਦਿੰਦਾ ਗਾਂ, ਕਿਉਂਕਿ ਸੈਮੂਅਲ ਦਾ ਜ਼ਿਕਰ ਹੋਇਆ। ਤੁਹਾਨੂੰ ਪਤਾ ਹੈ ਸੈਮੂਅਲ ਬਚਪਨ ਤੋਂ ਏਲੀ ਕਾਇਨ ਦੇ ਕੋਲ ਸੀ। ਠੀਕ ਹੈ, ਉਹਦੀ ਮਾਂ ਛੱਡ ਗਈ ਸੀ ਉਹਨੂੰ। ਠੀਕ ਹੈ ਨਾ। ਖੁਦਾ ਨੇ ਜਦੋਂ ਕਹਾਣਤ ਬਦਲਣੀ ਸੀ, ਏਲੀ ਕਾਇਨ ਨੂੰ ਉਹਦੇ ਬੱਚਿਆਂ ਨੂੰ ਸਜ਼ਾ ਦੇਣੀ ਸੀ ਕਿ ਉਹ ਖੁਦਾ ਦੀ ਹੈਕਲ ਨੂੰ ਬੇਹੁਰਮਤ ਕਰਦੇ ਹਨ, ਖੁਦਾ ਦੀ ਜਗ੍ਹਾ ਨੂੰ। ਖੁਦਾ ਨੇ ਬੱਚੇ ਨੂੰ ਬੁਲਾਇਆ। ਸੈਮੂਅਲ ਨੇ ਪਹਿਲੀ ਵਾਰੀ ਖੁਦਾ ਦੀ ਆਵਾਜ਼, ਨੂੰ ਪਤਾ ਹੀ ਕੋਈ ਨਹੀਂ ਖੁਦਾ ਕੌਣ ਹੁੰਦਾ ਹੈ, ਹੀ ਹੈਡ ਨੋ ਆਈਡੀਆ ਕਿ ਖੁਦਾ ਬੋਲਦਾ ਕਿਵੇਂ ਵੇ। ਕਿੱਥੇ 70-80 ਸਾਲ ਦਾ ਬਾਬਾ, ਉਹਨੂੰ ਖੁਦਾ ਨਹੀਂ ਬੁਲਾਇਆ। ਇੰਨੇ ਸਾਲ ਕੁਰਬਾਨੀਆਂ ਵੀ ਚਾੜਦਾ ਰਿਹਾ ਤੇ ਪਤਾ ਨਹੀਂ ਕੀ ਕਰਦਾ ਰਿਹਾ ਤੇ ਬਖੂਰ ਤੇ ਮਾਰ, ਖੁਦਾ ਨੇ ਨਹੀਂ ਬੁਲਾਇਆ। ਬੱਚਾ ਖੁਦਾ ਨੇ ਬੁਲਾਇਆ ਸੈਮੂਅਲ। ਐ ਸੈਮੂਅਲ 3 ਵਾਰੀ ਖੁਦਾ ਆਵਾਜ਼ ਦਿੱਤੀ। ਠੀਕ ਹੈ, ਇਧਰੋਂ ਅੱਗੇ ਆ ਜਾਓ ਹੁਣ। ਅਗੇਨ ਦਾਊਦ 13-14-15 ਸਾਲ ਦੀ ਏਜ ਦੇ ਵਿੱਚ ਸ਼ੈਪਰਡ ਬॉय, ਮਿਊਜ਼ੀਸ਼ੀਅਨ, ਸਿੰਗਰ, ਆਰਟਿਸਟ, ਕੋਈ ਹੋਰ ਨਾ ਫਿਕਰ ਨਾ ਫਾਕਾ, ਉਹ ਜਨਾਬ ਪੈਲੀਆਂ 'ਚ ਫਿਰਦਾ ਔਰ ਖੁਦਾ ਉਹਨੂੰ ਵੇਖਣ ਡਿਆ ਵੇ ਕਿ ਜਨਾਬ ਇਹ ਆਉਣ ਵਾਲੀ ਕੌਮ ਦਾ ਬਣੀ ਇਸਰਾਇਲ ਦਾ ਬਾਦਸ਼ਾਹ ਬਣੇਗਾ। ਸੋ ministry and leadership based on our relationship with God, our devotion with God। ਔਰ ਖੁਦਾ ਉਹਨੂੰ ਲੱਭ ਲੈਂਦਾ ਵੇ ਜੀ। ਸੋ ਲੱਭਦਾ ਕਿਵੇਂ ਵੇ? ਹੁਣ ਦੂਜਾ ਹਵਾਲਾ ਅਸੀਂ ਪੜਾਂਗੇ ਜੀ ਇਹਦੇ ਸੈਮੂਅਲ ਦੀ ਐਸੇ ਇੱਕ ਦਾ ਪਹਿਲੇ ਬਾਬ ਦੇ ਵਿੱਚ, ਅੱਗੇ ਚੱਲਾਂਗੇ 16ਵੇਂ ਬਾਬ ਦੇ ਵਿੱਚ। ਹਾਂਜੀ ਪੜੋ ਜੀ ਜ਼ਰਾ, ਖੁਦਾ ਸੈਮੂਅਲ ਨੂੰ ਕਿਵੇਂ ਕਰਦਾ ਹੈ। ਮੈਂ ਪੜਾਂਗੀ ਪਹਿਲਾ ਸੈਮੂਅਲ ਉਹਦੀ 16 ਬਾਬ, ਉਹਦੀ 10 ਤੋਂ 13 ਤੱਕ। ਅੰਤ ਜੱਸੀ ਨੇ ਆਪਣੇ 7 ਪੁੱਤਰ ਸੈਮੂਅਲ ਸਾਹਮਣੇ ਪੇਸ਼ ਕੀਤੇ, ਪਰ ਉਸਨੇ ਕਿਹਾ ਇਹਨਾਂ ਵਿੱਚੋਂ ਕਿਸੇ ਨੂੰ ਵੀ ਪ੍ਰਭੂ ਨੇ ਨਹੀਂ ਚੁਣਿਆ ਹੈ। ਤਦ ਸੈਮੂਅਲ ਨੇ ਜੱਸੀ ਤੋਂ ਪੁੱਛਿਆ, ਕੀ ਤੇਰਾ ਹੋਰ ਕੋਈ ਪੁੱਤਰ ਹੈ? ਜੱਸੀ ਨੇ ਉੱਤਰ ਦਿੱਤਾ, ਹਾਂ, ਇੱਕ ਸਭ ਤੋਂ ਛੋਟਾ ਹੈ, ਪਰ ਉਹ ਭੇਡਾਂ ਦੀ ਰਖਵਾਲੀ ਕਰ ਰਿਹਾ ਹੈ। ਸੈਮੂਅਲ ਨੇ ਕਿਹਾ, ਉਸ ਨੂੰ ਤੁਰੰਤ ਸੱਦ, ਕਿਉਂਕਿ ਜਦੋਂ ਤੱਕ ਉਹ ਆ ਨਹੀਂ ਜਾਵੇਗਾ ਅਸੀਂ ਬੈਠਾਂਗੇ ਨਹੀਂ।
ਸੋ ਜੱਸੀ ਨੇ ਆਪਣੇ ਛੋਟੇ ਪੁੱਤਰ ਨੂੰ ਸੱਦਣ ਲਈ ਘੱਲਿਆ। ਉਹ ਬਹੁਤ ਸੁੰਦਰ ਅਤੇ ਸਿਹਤਮੰਦ ਸੀ, ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਪ੍ਰਭੂ ਨੇ ਸੈਮੂਅਲ ਨੂੰ ਕਿਹਾ, ਇਹ ਹੀ ਹੈ, ਇਸ ਦਾ ਅਭਿਸ਼ੇਕ ਕਰ। ਸੈਮੂਅਲ ਨੇ ਤੁਰੰਤ ਆਪਣੀ ਜੈਤੂਨ ਦੇ ਤੇਲ ਦੀ ਕੁੱਪੀ ਲਈ ਅਤੇ ਜੱਸੀ ਦੇ ਸਭ ਤੋਂ ਛੋਟੇ ਪੁੱਤਰ ਦਾਊਦ ਦਾ ਅਭਿਸ਼ੇਕ ਉਸਦੇ ਭਰਾਵਾਂ ਦੇ ਸਾਹਮਣੇ ਕੀਤਾ। ਪ੍ਰਭੂ ਦਾ ਆਤਮਾ ਤੁਰੰਤ ਪੂਰੀ ਸ਼ਕਤੀ ਨਾਲ ਦਾਊਦ ਉੱਤੇ ਉਤਰ ਆਇਆ ਅਤੇ ਉਸ ਦਿਨ ਤੋਂ ਉਹ ਉਸਦੇ ਨਾਲ ਰਿਹਾ। ਇਹ ਕੰਮ ਕਰਕੇ ਸੈਮੂਅਲ ਉੱਥੇ ਰਮਾਹ ਨੂੰ ਚਲਾ ਗਿਆ। ਥੈਂਕ ਯੂ ਜੀ। ਤੁਸੀਂ ਵੇਖਣ ਦਿਓ ਜੀ, ਸੈਮੂਅਲ ਜਦੋਂ ਸਾਊਲ ਨੂੰ ਜਦੋਂ ਰਿਜੈਕਟ ਕਰਤਾ ਖੁਦਾ ਨੇ, ਤਾਂ ਖੁਦਾ ਨੇ ਸੈਮੂਅਲ ਨੂੰ ਕਿਹਾ ਕਿ ਬਈ ਜਾ, ਤੈਨੂੰ ਮੈਂ ਘੱਲਣ ਲੱਗਾ ਵਾਂ ਬੈਤਲਹਮ ਜਾ। ਉਹ ਦੂਰ ਸੀਕ੍ਰੇਟ ਮਿਸ਼ਨ ਤੇ ਖੁਦਾ ਨੇ ਘੱਲਿਆ ਉਹਨੂੰ, ਤਾਂ ਕਿ ਸਾਊਲ ਨੂੰ ਪਤਾ ਨਾ ਲੱਗੇ ਕਿ ਸੈਮੂਅਲ ਕਿੱਥੇ ਜਾ ਰਿਹਾ। ਠੀਕ ਹੈ, खुदा ने कहा, जो 16वें बाब की पहली आयत ही पढ़ने उसे ले, और खुदावन ने सैमुअल से कहा, तू कब तक साउल के लिए गम खाता रहेगा, जिस हाल के मैंने उसे बनी इस्राएल का बादशाह होने से रद्द कर दिया है। तू अपने सींग में तेल भर और जा, मैं तुझे बैतलहमी यस्सी के पास भेजता हूं, क्योंकि मैंने उसके बेटों में से एक को अपनी तरफ से बादशाह चुना है। Here you go। बादशाह किन्ने चुने? खुदा ने। लीडरशिप कौन देंदा है? खुदा देंदा वे। ओके, बड़े लोग ने मैनिपुलेट करके लोकां वांगू बनना चाहते हैं, लोकां वांगू अपना एक्ट करना चाहते हैं, दे ट्राई टू इमिटेट समबडी एल्स। लेकिन जो खुदा चाहता वे, देन गॉड प्रिपेयर्ड अस। सो ਅਸੀਂ ਵੇਖਦੇ ਆ ਇੱਕ ਹੋਰ ਤੁਹਾਂ ਇਹਦੇ ਚ ਚੀਜ਼ ਨੋਟ ਕੀਤੀ ਹੋਣੀ ਹੈ ਕਿ ਕਿਉਂਕਿ ਜਿਹੜਾ ਜੱਸੀ ਜਿਹੜਾ ਬਾਪ ਸੀ ਉਹਦਾ ਆਪਣਾ ਦਾਊਦ ਦਾ, ਉਹਦੇ 8 ਪੁੱਤਰ ਸਨ। ਸੋ ਸਕਾਲਰਸ ਜਾਂ ਹਿਸਟੋਰੀਅਨ ਬਿਲੀਵ ਕਰਦੇ ਨੇ ਕਿ ਲੱਗਦਾ ਹੈ ਜੇ ਕਿ ਜਿਵੇਂ ਦਾਊਦ ਦੇ ਜਿਹੜੇ ਬਾਕੀ ਬੱਚੇ ਹਨ ਨਾ ਵੱਡੇ, ਉਹ ਉਹਦੀ ਪਹਿਲੀ ਬੀਵੀ ਦੇ ਵਿੱਚੋਂ ਹਨ, ਔਰ ਜਿਹੜੇ ਹਨ ਐਸੇ ਸਨ ਕਿ ਜਿਹੜੇ ਜਿਨ੍ਹਾਂ ਦਾ ਸੋਸ਼ਲ ਸਟੇਟਸ ਹਾਈ ਸਟੇਟਸ ਸੀ। ਲੇਕਿਨ ਦਾਊਦ ਜਿਹੜਾ ਸੀ ਉਹ ਐਸੀ ਔਲਾਦ ਸੀ, ਐਸਾ ਬੇਟਾ ਸੀ, ਇੱਕ ਤੇ ਛੋਟਾ ਸੀ, ਦੂਜੇ ਨੰਬਰ ਤੇ ਉਹਦੀ ਮਾਂ ਸ਼ਾਇਦ ਜਿਹੜੀ ਸੀ, ਸ਼ੀ ਵਾਜ਼ ਨਾਟ ਅ ਨੋਬਲ ਫੈਮਿਲੀ। ਸੋ ਦੈਟਸ ਵਾਈ, ਕਿਉਂਕਿ ਜਿਹੜੇ ਵੇਲੇ ਸੈਮੂਅਲ ਪਹੁੰਚਿਆ ਨਾ ਯੱਸੀ ਦੇ ਕੋਲ, ਉਸ ਵੇਲੇ ਉਹਨਾਂ ਦਾ ਐਨੂਅਲ ਫੈਸਟੀਵਲ ਹੋਣ ਵਾਲਾ ਸੀ, ਔਰ ਜਿਹੜਾ ਯੱਸੀ ਸੀ ਜਿਹੜਾ ਆਪਣੇ ਕਬੀਲੇ ਦਾ ਹੈਡ ਸੀ। ਲੇਕਿਨ ਤੁਸੀਂ ਅੰਦਾਜ਼ਾ ਲਾਓ ਕਿ ਐਨੂਅਲ ਫੈਸਟੀਵਲ ਹੈ, ਪੂਰਾ ਕਬੀਲਾ ਇਕੱਠਾ, ਪੂਰਾ ਖਾਨਦਾਨ ਇਕੱਠਾ ਵੇ, ਲੇਕਿਨ ਸਾਰਿਆਂ ਨਾਲ ਛੋਟਾ ਪੁੱਤਰ ਅਨਇਨਵਾਈਟਡ ਹੈ। He was not respected, he was not invited in the family gathering and a party. So he was rejected by his own brothers. ਆਪਣੇ ਹੀ ਖਾਨਦਾਨ, ਆਪਣੇ ਘਰਾਂ 'ਚ ਪਰਾਇਆ ਬੈਠਾ ਹੈ, ਉਹਨੂੰ ਕਿਸੇ ਬੁਲਾਇਆ ਹੀ ਨਹੀਂ। ਈਵਨ ਜਦੋਂ ਸੈਮੂਅਲ ਨੇ ਕਿਹਾ ਨਾ ਕਿ ਪੁੱਤਰ ਇਕੱਠੇ ਕਰ, ਤੇ ਉਹ ਆਪਣੇ 8 ਪੁੱਤਰ ਉਹ ਲੈ ਕੇ ਆਇਆ ਵੀ ਕਿ ਜਿਹੜੇ ਵੇਖਣ ਵਿੱਚ ਬੜੇ ਸੁਲੱਖਣੇ, ਬੜੇ ਸੋਹਣੇ, ਜਵਾਨ ਔਰ ਉੱਚੇ ਲੰਮੇ। ਤੁਸੀਂ ਵੇਖੋਗੇ ਜਦੋਂ ਉਹਨੇ ਵਾਰੀ-ਵਾਰੀ ਆਪਣੇ 7 ਪੁੱਤਰ ਵਿਖਾਏ ਨਾ, ਵੱਡਾ ਮੁੰਡਾ ਜੋ ਲਿਆ ਪਾਇਆ, ਲਿਖਿਆ ਕਿ ਬੜਾ ਕਦਾਵਰ, ਬੜਾ ਜਵਾਨ ਤੇ ਬੜਾ ਸੋਹਣਾ, ਸੁਰਖ ਸਫੇਦ। ਤੇ ਖੁਦਾ ਨੇ ਕਿਹਾ ਨਾ ਨਾ ਨਾ, ਇਹਨੂੰ ਵੀ ਪਰਾਂ ਕਰ, ਇਹ ਵੀ ਪਰਾਂ ਕਰ, ਇਹ ਵੀ ਪਰਾਂ ਕਰ। ਬੜੀ ਦਿਲਚਸਪ ਗੱਲ ਹੈ, ਤੁਹਾਨੂੰ ਮੈਂ ਇੱਥੇ ਇੱਕ ਗੱਲ ਦੱਸਣ ਲੱਗਾ ਵਾਂ। 7ਵੀਂ ਆਇਤ ਜ਼ਰਾ ਪੜ੍ਹੋ ਜੀ। ਪਰ ਪ੍ਰਭੂ ਨੇ ਉਸਨੂੰ ਕਿਹਾ, ਤੂੰ ਕੇਵਲ ਉੱਚਾ, ਲੰਮਾ ਜਾਂ ਸੁੰਦਰਤਾ ਨੂੰ ਨਾ ਦੇਖ, ਮੈਂ ਇਸ ਨੂੰ ਰੱਦ ਦਿੱਤਾ ਹੈ, ਕਿਉਂਕਿ ਮੇਰੀ ਚੋਣ ਮਨੁੱਖ ਵਰਗੀ ਨਹੀਂ ਹੈ। ਮਨੁੱਖ ਕੇਵਲ ਬਾਹਰੀ ਸੁੰਦਰਤਾ ਨੂੰ ਦੇਖਦਾ ਹੈ, ਪਰ ਮੈਂ ਮਨ ਦੀ ਸੁੰਦਰਤਾ ਨੂੰ ਦੇਖਦਾ। Here you go, ਮਨ ਦੀ ਸੁੰਦਰਤਾ ਜੀ। ਠੀਕ ਹੈ, ਜ਼ਾਹਿਰੀ ਸੁੰਦਰਤਾ ਨਹੀਂ, ਚਿੱਟਾ ਸੂਟ ਪਾਇਆ ਹੈ ਕਿ ਨੀਲੀ ਕੋਟੀ ਪਾਈ ਹੈ ਕਿ ਕੀ ਪਾਇਆ ਤੇ ਜਨਾਬ ਵਾਲ ਕਿੱਡੇ ਵੱਡੇ ਨੇ ਤੇ ਕੀ ਹੈ ਤੇ ਜਨਾਬ ਉੱਚਾ, ਨਾ ਨਾ, ਦੈਟਸ ਨਾਟ ਅ ਕੇਸ ਐਕਚੁਅਲੀ। ਖੁਦਾ ਕੀ ਵੰਦਾ ਵੇ ਜੀ? खुदा हमेशा दिल वेंदा है। ठीक है, कलाम में है इंसान तो इंसान के चेहरे पर नजर करता है। ठीक है, इंसान दी फिजिकल अपीयरेंस वेंदा है कि जी ये बंदा विखण च कैसा है, बुठन च कैसा वे, लेकिन कलाम दसदा जी, साफ क्लियर करदा, खुदा जदों वेखेगा वो हमेशा दिल ते नजर करदा, दिल किन्ना को खास। ठीक है जी, एंड दैट रिफ्लेक्ट फ्रॉम द फेस। ਜਿਹੜੀ ਅੰਦਰ ਦੀ ਸੁੰਦਰਤਾ ਹੈ ਨਾ, ਉਹ ਬਾਅਦ ਚੋਂ ਜਿਹੜੀ ਉਸ ਚਿਹਰੇ ਤੇ ਉਹ ਬਾਹਰ ਨਿਕਲਦੀ ਜਿਹੜੀ ਹੈ ਅੰਦਰ ਦੀ। ਸੋ ਅਸੀਂ ਵੇਖਦੇ ਹਾਂ ਜੀ ਕਿ ਖੁਦਾ ਨੇ ਬੜਾ ਇੱਥੇ ਸਾਨੂੰ ਲੈਸਨ ਦਿੱਤਾ ਵੇ। ਅਸੀਂ ਵੀ ਤੁਹਾਨੂੰ ਪਤਾ ਵੇਖਿਆ ਹੋਏਗਾ, ਅਸੀਂ ਆਪਣੇ ਚਰਚਿਸ ਦੇ ਵਿੱਚ, ਗਿਰਜਿਆਂ ਦੇ ਵਿੱਚ ਵੀ, ਔਰ ਬਾਕੀ ਆਪਣੀ ਕਲੀਸਿਆਵਾਂ ਵਿੱਚ ਵੀ ਅਸੀਂ ਵੇਖਦੇ ਜੀ, ਬੰਦੇ ਨੇ ਜਨਾਬ ਡਰੈਸ ਕਿੱਡਾ ਅੱਛਾ ਪਾਇਆ, ਜਨਾਬ ਬੰਦਾ ਤਿਆਰ ਕਿੱਡਾ ਹੋ ਕੇ ਆਇਆ, ਭੈਣ ਨੇ ਅੱਜ ਮੇਕਅਪ ਕਿਹੋ ਜਿਹਾ ਕੀਤਾ ਜੀ, ਡਰੈਸ ਕਿਹੋ ਜਿਹਾ ਪਾਇਆ, ਜੁੱਤੀ ਕਿਹੋ ਜਿਹੀ ਪਾਈ, ਜ਼ੇਵਰ ਕਿਹੋ ਜਿਹਾ ਪਾਇਆ। ਬੜੇ ਲੋਕ ਨੇ, ਦੇ ਜੱਜ ਅ ਪਰਸਨ ਬਾਈ ਅ ਕਵਰ, ਲਾਈਕ ਦੇ ਜੱਜ ਅ ਬੁੱਕ ਬਾਈ ਅ ਕਵਰ। ਠੀਕ ਹੈ, ਜਦ ਕਿ ਵੀ ਬਾਈਬਲ ਸਾਫ਼ ਕਹਿੰਦੀ ਹੈ ਜੀ ਕਿ ਇਨਸਾਨ ਆਪਣੇ ਫਲਾਂ ਤੋਂ ਔਰ ਅੰਦਰ ਦਾ ਦਿਲ ਜਿਹੜਾ ਸਾਹਮਣੇ ਆਉਂਦਾ ਹੈ। ਸੋ ਖੁਦਾ ਨੇ ਰਿਜੈਕਟ ਕਰ ਦਿੱਤਾ ਫਿਜ਼ੀਕਲ ਅਪੀਅਰੈਂਸ, ਨੋ ਮੋਰ। ਖੁਦਾ ਨੇ ਕਿਹਾ ਮੈਂ ਦਿਲ ਵੇਖਣਾ ਵਾ, ਔਰ ਅਲਟੀਮੇਟਲੀ ਸਾਰਿਆਂ ਨਾਲੋਂ ਛੋਟਾ, ਰਿਜੈਕਟਡ, ਅਬੈਂਡਨਡ, ਅਨਇਨਵਾਈਟਡ ਸ਼ੈਪਰਡ ਬॉय
ਜਿਹਦਾ ਸੋਸ਼ਲ ਸਟੇਟਸ ਕੋਈ ਨਹੀਂ ਹੈ, ਹੀ ਵਾਸ ਚੋਜ਼ਨ ਐਜ਼ ਅ ਕਿੰਗ। ਇੰਟਰਸਟਿੰਗਲੀ, ਠੀਕ ਹੈ, ਮਤਲਬ कैसी ਪਾਵਰਫੁਲ ਗੱਲ ਹੈ ਕਿ ਜਦੋਂ ਸਾਡਾ ਦਿਲ ਖੁਦਾ ਨਾਲ ਖਾਲਸ ਹੁੰਦਾ ਵੇ ਨਾ, ਅਸੀਂ ਭਾਵੇਂ ਫਿਰ ਭੇਡਾਂ ਚਰਾਉਂਦੇ ਹੋਈਏ ਤੇ ਭਾਵੇਂ ਗੀਤ ਗਾਉਂਦੇ ਹੋਈਏ ਤੇ ਭਾਵੇਂ ਜੋ ਮਰਜ਼ੀ ਕਰਦੇ ਹੋਈਏ, ਜਦੋਂ ਦਿਲ ਖੁਦਾ ਨਾਲ ਖਾਲਸ ਹੋਏਗਾ, ਖੁਦਾ ਦੀਆਂ ਅੱਖਾਂ ਆਟੋਮੈਟਿਕ ਸੈਰ ਕਰਦੀਆਂ ਹੁੰਦੀਆਂ, ਲੱਭਦੀਆਂ ਕਿਹੜੇ ਬੰਦੇ ਨੂੰ ਕਿੱਥੇ ਵੇਖਣਾ। ਮੈਂ ਜੀ ਕਹਿੰਦਾ ਵਾਂ ਕਿ ਜਿਹੜੀ ਪਾਵਰ ਹੈ ਨਾ ਖੁਦਾ ਦੀ, ਫੋਰਸ ਜਿਹੜੀ ਹੈ, ਖੁਦਾ ਦੀ ਪ੍ਰੈਜ਼ੈਂਸ ਜਿਹੜੀ ਪੂਰੀ ਕਾਇਨਾਤ ਤੇ ਫੈਲੀ ਹੋਈ ਹੈ। ਜਿਹੜਾ ਬੰਦਾ ਭਾਵੇਂ ਗੁਫਾ 'ਚ ਬੈਠਾ ਹੋਏ, ਭਾਵੇਂ ਜੰਗਲਾਂ 'ਚ ਬੈਠਾ ਹੋਏ, ਤੇ ਭਾਵੇਂ ਨਿਊਯਾਰਕ ਬੈਠਾ ਹੋਏ, ਤੇ ਭਾਵੇਂ ਲੰਡਨ ਬੈਠਾ ਹੋਏ, ਤੇ ਭਾਵੇਂ ਲਾਸ ਐਂਜਲਸ ਬੈਠਾ ਹੋਏ, ਜਿਹੜੇ ਬੰਦਾ ਖੁਦਾ ਦੀ ਉਸ ਪ੍ਰੈਜ਼ੈਂਸ ਦੇ ਨਾਲ ਪਲੱਗ ਇਨ ਹੋ ਜਾਂਦਾ ਵੇ ਨਾ, ਭਾਵੇਂ ਕਿਤੇ ਬੈਠਾ ਹੋਏ, ਠੀਕ ਹੈ, God's power and God's presence captured that person। ਔਰ ਜਿਹੜੀ ਇੰਪੋਰਟੈਂਟ ਚੀਜ਼ ਮੈਂ ਜਿਹੜੀ ਆਬਜ਼ਰਵ ਕੀਤੀ ਅੱਜ ਤੱਕ, ਮੂਸਾ ਤੋਂ ਤੁਸੀਂ ਸ਼ੁਰੂ ਕਰ ਲਓ, ਮੂਸਾ ਤੋਂ ਲੈ ਕੇ ਅੱਜ ਅਸੀਂ ਡੇਵਿਡ ਨੂੰ ਡਿਸਕਸ ਕਰ ਰਹੇ ਹਾਂ। Mostly they were those people who were very sensitive, they were alone, and they were artists ਬੰਦੇ ਹਨ, ਕਿਉਂਕਿ art connect you, your heart connect with God, whether you're a musician, singer, dancer, artist, whoever you are, art connect। art ਦੇ ਵਿੱਚ ਪਤਾ ਕਿ art ਤੋਂ ਪਹਿਲਾਂ ਅਗਰ ਹੀ ਲਾ ਦਈਏ ਨਾ ਤਾਂ ਕੀ ਬਣ ਜਾਂਦਾ ਹੈ? ਕੀ ਖਿਆਲ ਹੈ ਜੀ ਚੌਹਾਨ ਸਾਹਿਬ? art ਤੋਂ ਪਹਿਲਾਂ ਹੀ ਲਾ ਦਈਏ ਕੀ ਬਣ ਜਾਏਗਾ? हार्ट, यस, दिल बन गया ना, ठीक है ना। आर्ट, ART, आर्ट लिखो तो उस पहला की ला दो, ही की बन गया? हार्ट, ठीक है, फ्रॉम हार्ट टू हेवन, ठीक है। तो खुदा जड़ा फिर की करता है, हार्ट कनेक्ट, हेवन कनेक्ट विद द हार्ट एंड हार्ट कनेक्ट विद द हेवन, ठीक है जी। और आर्ट जड़ा वे वो ब्रिज बनता है। सो दाऊद दे नाल ही ए होया वे। सो ही वाज अ शेपर्ड बॉय, he was a singer, he was a musician, and he was a dancer। ਮੈਨੂੰ ਲੱਗਦਾ ਵੀ ਭੇਡਾਂ ਦੇ ਨਾਲ ਜਿਵੇਂ ਭੇਡਾਂ ਜੰਪ ਕਰਦੀਆਂ ਨਾ, ਨੱਚਦਾ ਵੀ ਹੋਣਾ ਵੇ, ਠੀਕ ਹੈ ਨਾ, ਜਿਵੇਂ ਭੇਡਾਂ ਨੇ ਜੰਪ ਮਾਰ ਕੇ ਆ ਉਛਲਦੀ ਹੈ, ਠੀਕ ਹੈ ਨਾ। ਜਦੋਂ ਭੇਡੀ ਤੋਂ ਖੁਸ਼ ਹੋਈ ਨਾ ਤਾਂ ਵੇਖਾਂ ਨਾ ਕਿ ਵੀਡੀਓ ਅਗਰ ਵੇਖੀਆਂ ਹੋਣ, ਜਦੋਂ ਭੇਡਾਂ ਲੜਦੀਆਂ ਨੇ ਜਾਂ ਖੁਸ਼ ਹੁੰਦੀਆਂ ਨੇ, ਜਦੋਂ ਛਾਲਾਂ ਮਾਰਦੀਆਂ ਨੇ, ਠੀਕ ਹੈ ਨਾ, ਤੇ ਮਤਲਬ he would like to dance with his sheep as well। ਸੋ ਅਸੀਂ ਵੇਖਦੇ ਹਾਂ ਜੀ। ਔਰ ਸਾਨੂੰ ਕਿਵੇਂ ਪਤਾ ਲੱਗਦਾ ਹੈ? ਕਿਉਂਕਿ ਦਾਊਦ ਦੀ ਲਾਈਫ ਉਹਦੇ ਬਾਅਦ ਸਾਨੂੰ ਦੱਸਦੀ ਹੈ ਕਿ ਜੀ ਹੀ ਵਾਸ ਅ ਡਾਂਸਰ ਆਲਸੋ। ਉਹਨੇ ਖੁਦਾ ਦੀ ਜਿਵੇਂ ਨੱਚਿਆ ਵੇ ਝੂਮ ਕੇ, ਤੇ ਉਹਨੇ ਜਦੋਂ ਖੁਦਾ ਦੇ ਤਖਤ ਦੇ ਅੱਗੇ ਜਦੋਂ ਉਹਨੇ ਰਕਸ ਕੀਤਾ ਵੇ। ਸੋ ਅਸੀਂ ਵੇਖਦੇ ਹਾਂ ਜੀ। ਸੋ ਦਾਊਦ ਜਿਹੜਾ ਵੇ ਉਹਦੇ ਮੈਂ ਲਾਈਫ ਨੂੰ 3 ਮੇਜਰ S ਐਂਡ ਨਾ ਉਹਦੇ ਵਿੱਚ ਤਕਸੀਮ ਕਰ ਲਗਾ। ਨੰਬਰ 1 S ਹੈ ਜੀ, ਹੀ ਵਾਸ ਅ ਸ਼ੈਪਰਡ ਸਿੰਗਰ। ਨੰਬਰ 2 ਹੀ ਵਾਸ ਸਾਊਲ ਸੂਦਰ। ਸਾਊਲ ਸੂਦਰ ਪਤਾ ਵੇ ਨਾ ਕਿ ਅੱਗੇ ਤੁਸੀਂ ਪੜ੍ਹੋ ਨਾ 14ਵੀਂ ਆਇਤ ਤੋਂ, ਉੱਥੇ ਲਿਖਿਆ ਹੈ ਤੇ ਖੁਦਾ ਦੀ ਰੂਹ ਸਾਲ ਤੋਂ ਹੋ ਗਈ, जुदा निकल गई, अलग हो गई, और फिर बुरी रूह ਨੂੰ ਆ ਕੇ ਕੀ ਕਰਨਾ ਸ਼ੁਰੂ ਹੋ ਗਈ? ਸਤਾਣਾ ਸ਼ੁਰੂ ਹੋ ਗਈ। ਤੇ ਫਿਰ ਦਾਊਦ ਨੂੰ ਬੁਲਾਇਆ ਗਿਆ ਕਿ ਆਏ ਤੇ ਆਪਣਾ ਸਾਜ਼ ਵਜਾਏ। ਔਰ ਜਿਉਂ ਸਾਊਲ ਜਿਹੜਾ ਸੀ ਉਹਦੀ ਦਿਲ ਨੂੰ, ਦਿਮਾਗ ਨੂੰ ਕੀ ਮਿਲਦਾ ਸੀ? ਸਕੂਨ ਮਿਲਦਾ ਸੀ। ਸੋ ਹੀ ਵਾਸ ਸੂਦਰ। ਐਂਡ ਦੈਨ ਤੀਸਰਾ ਵੱਡਾ ਕੰਮ ਉਹਨੇ ਕੀ ਕੀਤਾ? ਜਦੋਂ ਉਹਨੇ ਜਾਤੀ ਜੂਲੀਅਤ ਨੂੰ ਮਾਰਿਆ ਵੇ। ਸੋ ਹੀ ਵਾਸ ਅ ਸਲੇਅਰ, ਹੀ ਵਾਸ ਅ ਸਲਿੰਗ ਸ਼ਾਟਰ। ਸੋ ਪਹਿਲਾ ਐਸ ਕੀ ਹੈ ਜੀ ਸਾਡੇ ਕੋਲ? ਐਸ ਦਾ ਕਪਲੇਟ ਕੀ ਹੈ? ਸ਼ੈਪਰਡ ਸਿੰਗਰ। ਨੰਬਰ 2 Saul's soul soother, number 3 slayer, slingshotter, and ਉਹਦੇ ਬਾਅਦ sojourner। sojourner ਦਾ ਮਤਲਬ ਹੈ ਵੀ ਕਿ ਉਹਨੂੰ ਨੱਠਣਾ ਪੈ ਗਿਆ, ਕਿਉਂਕਿ ਸਾਊਲ ਬਾਦਸ਼ਾਹ ਦੇ ਖਿਲਾਫ ਹੋ ਗਿਆ ਨਾ, ਤੇ ਦਾਊਦ ਨੂੰ ਜਾਨ ਬਚਾਉਣ ਲਈ ਕੀ ਨੱਠਣਾ ਪੈ ਗਿਆ? ਉਹਨੂੰ ਕਦੀ ਫਿਲਿਸਤੀਆਂ ਕੋਲ ਟੁਰ ਜਾਏ, ਕਦੀ ਕਿਤੇ ਟੁਰ ਜਾਏ, ਕਦੀ he was sojourner and when he became a king। ਸੋ ਯਾਦ ਰੱਖੋ ਜੀ 16 ਸਾਲ 17 ਸਾਲ ਦੀ ਉਮਰ ਦੇ ਵਿੱਚ ਉਹ ਸਾਊਲ ਬਾਦਸ਼ਾਹ ਦੇ ਦਰਬਾਰ 'ਚ ਆਇਆ ਵੇ, ਉਹਦੇ ਘਰ ਰਹਿਣਾ ਸ਼ੁਰੂ ਹੋ ਗਿਆ। ਅਗਲੇ 13 ਸਾਲ ਲੱਗੇ ਖੁਦਾ ਨੂੰ ਉਹਨੂੰ ਪ੍ਰਿਪੇਅਰ ਕਰਨ 'ਚ, ਔਰ 30 ਸਾਲ ਦੀ ਉਮਰ 'ਚ ਯਾਨੀ 877 BC he became the king of Judah। ਉਹਦੇ ਆਪਣੇ ਕਬੀਲੇ ਨੇ ਉਹਨੂੰ ਬਾਦਸ਼ਾਹ ਬਣਾ ਲਿਆ, ਔਰ ਤਕਰੀਬਨ ਕੋਈ ਚੰਦ ਮਹੀਨੇ ਹਫ਼ਤਿਆਂ ਦੇ ਬਾਅਦ 12 ਦੇ 12 ਕਬੀਲਿਆਂ ਨੇ ਉਹਨੂੰ ਕੀ ਮੰਨ ਲਿਆ? ਆਪਣਾ ਬਾਦਸ਼ਾਹ ਮੰਨ ਲਿਆ। and then he became a king of the whole 12 tribes of Judah। ਇਸਰਾਈਲ ਦਾ ਬਾਦਸ਼ਾਹ ਬਣਨ ਤੋਂ ਬਾਅਦ ਮੇਰੇ ਅਜ਼ੀਜ਼ੋ ਅਸੀਂ ਵੇਖਦੇ ਹਾਂ ਜੀ ਕਿ ਦਾਊਦ ਦੀ ਲਾਈਫ ਦੇ ਵਿੱਚ ਬੜੇ ਰੋਲਰ ਕੋਸਟਰ ਆਏ ਨੇ, ਬੜੇ ਅਜੀਬ ਸੂਰਤ ਹਾਲ ਪੈਦਾ ਹੋਈ ਹੈ। ਔਰ ਜਿਹਦੇ ਵਿੱਚੋਂ ਇੱਕ ਬੜਾ ਮਸ਼ਹੂਰ ਵਾਕਿਆ ਵੇ ਜਿਹਨੂੰ ਅਸੀਂ ਬੜੇ ਲੋਕੀ ਉਹਨੂੰ ਬੜੇ ਅੰਦਾਜ਼ ਨਾਲ ਪੇਸ਼ ਕਰਦੇ ਨੇ, ਔਰ ਉਹ ਵੇ ਦਾਊਦ ਦਾ ਬਤਸਬਾ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ, ਔਰ ਉਹਦੇ ਬਾਰੇ 'ਚ ਉਹਨੂੰ ਜ਼ਬੂਰ 51 ਜਿਹੜਾ ਵੇ ਉਹਦਾ ਬੈਕਗਰਾਉਂਡ ਹੈ, ਨਾਤਨ ਨਬੀ ਉਹਦੇ ਕੋਲ ਗਿਆ। ਜ਼ਰਾ ਹਵਾਲੇ ਨੂੰ ਪੜ੍ਹਦੇ ਹਾਂ ਕਿਉਂਕਿ ਅੱਜ ਮੈਂ ਤੁਹਾਡੇ ਨਾਲ ਇਹ ਸਾਡਾ ਆਖਰੀ ਹਵਾਲਾ, ਫਿਰ ਅਸੀਂ ਜ਼ਬੂਰ ਦੇ ਵਿੱਚ ਉਤਰਾਂਗੇ। ਉਹ ਇਹ ਵੇ ਕਿ ਕੀ ਵਾਕਈ ਦਾਊਦ ਨੇ ਹਰਾਮਕਾਰੀ ਕੀਤੀ ਸੀ ਕਿ ਜਾਂ that was another story। ਠੀਕ ਹੈ ਜੀ, so let's dig in। 2 Samuel ਜੀ। दूसरा सैमुअल
ਅਸੀਂ ਪੜਾਂਗੇ ਉਹਦੀ 12 ਬਾਬ ਉਹਦੀ 11 ਤੋਂ 14 ਆਇਤ ਤੱਕ। ਹਾਂਜੀ, ਇਹ ਅੰਕਲ ਜੋਸ਼ਵਾ ਨੇ ਪੜਨਾ ਸੀ। ਓਕੇ। अंकल जी अपना माइक अनम्यूट कर लें। मैं पढ़ांगा दूसरा सैमुअल ओदा 12 अध्याय 11वीं आयत तो 14 आयत तक। यहोवा आखदा है भई वेख मैं एक बदी नूं तेरे अपने घर विचों ही तेरे उत्ते पावांगा अते मैं तेरियां पत्नियां नूं लै के तेरियां अखां दे सामने तेरे गुआंढी नूं देंगा अते ओ इस सूरज दे सामने तेरियां पत्नियां दे नाल संग करेगा, क्योंकि जो तैं ये गल लुक के कीती पर मैं सारे इसराइल दे सामने खुल मखुला ये करांगा। तद दाऊद ने नाथान नूं आख्या मैं यहोवा दा पाप कीता अते नाथान ने दाऊद नूं आख्या यहोवा ने भी तेरा पाप बख्शिया, सो तू ना मरेगा, पर इस करके जो तेरे इस काम ਕਰਨ ਤੋਂ ਯਹੋਵਾ ਦੇ ਵੈਰੀਆਂ ਲਈ ਨਿੰਦਿਆ ਕਰਨ ਦਾ ਵੱਡਾ ਵੇਲਾ ਲੱਭਾ। ਸੋ ਇਹ ਮੁੰਡਾ ਵੀ ਜੋ ਤੇਰੇ ਲਈ ਜੰਮੇਗਾ ਜ਼ਰੂਰ ਮਰ ਜਾਏਗਾ। ਤਾਂ ਨਾਥਾਨ ਆਪਣੇ ਘਰ ਚਲਾ ਗਿਆ। Thank you, ji. So, mere Azizo, this is a tragic scene in the life of David. Although ਅਗਰ ਅਸੀਂ ਦਾਊਦ ਨੂੰ ਵੇਖੀਏ ਤੇ ਉਹਦੀ ਜਿਹੜੀ ਖਾਨਦਾਨੀ ਜ਼ਿੰਦਗੀ ਹੈ ਉਹ ਬੜੀ ਡਿਸਟਰਬ ਰਹੀ ਹੈ। ਉਹਦੇ ਆਪਣੇ ਬੇਟਾ ਦੇ ਖਿਲਾਫ ਜਿਵੇਂ ਜ਼ਬੂਰ 3 ਅਸਾਂ ਪੜਿਆ ਵੀ ਅਬੀਸਲੂਮ ਤੋਂ ਨੱਠਣਾ ਪੈ ਗਿਆ ਉਹਨੂੰ। ਉਹਦੇ ਬਾਅਦ ਉਹਦੇ ਇੱਕ ਬੇਟੇ ਨੇ ਉਹਦੀ ਦੂਜੀ ਬੀਵੀ ਤੇ ਬੇਟੀ ਦੇ ਨਾਲ ਤਮਰ ਦੇ ਨਾਲ ਹਰਾਮਕਾਰੀ ਕੀਤੀ, ਉਹ ਵੀ ਇੱਕ ਇਨਸੀਡੈਂਟ ਹੋਇਆ। ਫਿਰ ਉਹਦੇ ਬਾਅਦ ਦਾਊਦ ਐਜ਼ ਅ ਪੇਰੈਂਟ ਹੀ ਵਾਜ਼ ਅ ਫੇਲਡ ਪਰਸਨ। ਲੇਕਿਨ ਜਿਵੇਂ ਮੈਂ ਅੱਗੇ ਜ਼ਿਕਰ ਕੀਤਾ ਹੈ ਕਿ ਖੁਦਾ ਇੱਥੋਂ ਜ਼ਾਹਿਰ ਕਰਦਾ ਵੇ ਕਿ ਖੁਦਾ ਨੇ ਜਿਨ੍ਹਾਂ ਲੋਕਾਂ ਨੂੰ ਇਸਤੇਮਾਲ ਕੀਤਾ ਵੇ ਦੇ ਵਰ ਫਲॉड ਪੀਪਲ, ਠੀਕ ਹੈ। ਲੇਕਿਨ ਜਿਹੜੀ ਅੱਜ ਦੀ ਸਟੋਰੀ ਮੇਰੇ ਜੀਜ਼ੋ ਇਹਦੇ ਵਿੱਚ ਜਿਹੜਾ ਮੈਂ ਜਦੋਂ ਪੜ੍ਹ ਰਿਹਾ ਹਾਂ ਔਰ ਇਹ ਮੈਨੂੰ ਹਮੇਸ਼ਾ ਡਿਸਟਰਬ ਕਰਦਾ ਹੈ ਕਿ ਦਾਊਦ ਵਰਗਾ ਬੰਦਾ ਜਿਹਦੇ 59 ਟਾਈਮਸ ਨਿਊ ਟੈਸਟਾਮੈਂਟ ਦੇ ਵਿੱਚ 66 ਕਿਤਾਬਾਂ ਉਹਦੇ ਨਾਂ ਦੇ ਚੈਪਟਰ ਉਹਦੇ ਨਾਂ ਦੇ ਉੱਤੇ, ਪੁਰਾਣਾ ਨਵਾਂ ਯਿਸੂ ਮਸੀਹ ਨੇ ਦਾਊਦ ਆਉਣ ਵਾਲਾ ਮਸੀਹਾ ਯਿਸੂ ਮਸੀਹ ਪੂਰੀ ਦੁਨੀਆ ਦਾ ਨਜਾਤ ਦੇਹਿੰਦਾ ਜਿਹੜਾ ਉਹ ਦਾਊਦ ਦੀ ਨਸਲ ਦੇ ਵਿੱਚੋਂ ਨਿਕਲੇਗਾ। ਨਬੀਆਂ ਤੋਂ ਲੈ ਕੇ ਤੇ ਨਵੇਂ ਐਦਨਾਮੇ ਦੇ ਵਿੱਚ ਹਰ ਚੀਜ਼ ਦੇ ਵਿੱਚ ਈਵਨ ਮੁਕਾਸ਼ਫਾ ਦੀ ਆਖਰੀ ਕਿਤਾਬ ਖਤਮ ਹੁੰਦੀ ਹੈ ਮੈਂ ਦਾਊਦ ਕੀ ਅਸਲ ਨਸਲ ਸੁਬਹ ਕਾ ਸਿਤਾਰਾ। ਇੱਡਾ ਵੱਡਾ ਔਰ ਇਤਨਾ ਜਿੰਨਾ ਕਹਿੰਦੇ ਕਿ ਇਨਫਲੂਐਂਸ਼ੀਅਲ ਪਰਸਨ ਹਾਊ ਕਮ ਕਿ ਉਹਦੇ ਕੋਲੋਂ ਇਹ ਕੰਮ ਕਿਵੇਂ ਹੋਇਆ ਔਰ ਕੀ ਵਾਕਈ ਸਜ਼ਾ ਜਿਹੜੀ ਸੀ ਉਹ ਉਹਨੂੰ ਮਿਲੀ ਜਾਂ ਉਹਦਾ ਗੁਨਾਹ ਬਖਸ਼ਿਆ ਗਿਆ ਕਿ ਨਹੀਂ ਬਖਸ਼ਿਆ ਗਿਆ। ਸੋ ਜਦੋਂ ਅਸੀਂ ਥੋੜਾ ਜਿਹਾ ਟੈਕਸਟ ਨੂੰ ਵੇਖਦੇ ਹਾਂ ਮੇਰੇ ਜੀਜ਼ੋ, ਅੱਜ ਚੂੰਕਿ ਦਾਊਦ ਦਾ ਪਹਿਲੀ ਐਪੀਸੋਡ ਹੈ, ਸੋ ਮੈਂ ਚਾਹੁੰਦਾ ਹਾਂ ਕਿ ਅਸੀਂ ਦਾਊਦ ਨੂੰ ਵਿੰਡੀਕੇਟ ਕਰੀਏ ਇਸ ਇਲਜ਼ਾਮ ਤੋਂ ਜਿਹੜਾ ਇੱਕ ਬੜਾ ਜਨਰਲ ਪਰਸੈਪਸ਼ਨ ਹੈ ਕਿ ਜੀ ਦਾਊਦ ਨੇ ਹਰਾਮਕਾਰੀ ਕੀਤੀ। ਆਈ ਐਮ ਨਾਟ ਬਾਇੰਗ ਦਿਸ। ਵਾਈ? ਮੇਰੇ ਕੋਲ ਪ੍ਰੋਪਰ ਰੀਜ਼ਨ ਹੈ। ਮੈਂ ਦਾਊਦ ਨੂੰ ਹਰਾਮਕਾਰ ਨਹੀਂ ਸਮਝਦਾ। ਹਾਊ? ਵਾਟ ਗਰਾਊਂਡਸ? ਠੀਕ ਹੈ ਜੀ। ਨੰਬਰ 1 ਸਾਰਿਆਂ ਨੂੰ ਤੁਹਾਨੂੰ ਸਮਝਣਾ ਪਏਗਾ ਜਿਵਿਸ਼ ਕੌਨਟੈਕਸਟ ਯਿਸੂ ਮਸੀਹ ਤੋਂ 1000 ਸਾਲ ਪਹਿਲਾਂ, ਠੀਕ ਹੈ। ਅਸੀਂ ਗੱਲ ਕਿਹੜੇ ਦੌਰ ਦੀ ਕਰਨ ਡਏ ਹਾਂ? ਅੱਜ ਤੋਂ 3000 ਸਾਲ ਪਹਿਲਾਂ ਦੀ, ਠੀਕ ਹੈ। ਯਿਸੂ ਮਸੀਹ ਦੇ ਪੈਦਾ ਹੋਣ ਤੋਂ ਵੀ 800-900 ਸਾਲ ਪਹਿਲਾਂ। ਉਹਦੇ ਲਈ ਤੁਹਾਨੂੰ ਥੋੜਾ ਜਿਹਾ ਜਿਹੜਾ ਕਲਚਰ ਨਾ ਉਹਨੂੰ ਸਮਝਣਾ ਪਏਗਾ। ਪਹਿਲੀ ਗੱਲ ਇਹ ਸਮਝਣਾ ਪਏਗਾ ਕਿ ਸ਼ਾਦੀ ਉਸ ਦੌਰ 'ਚ ਹੁੰਦੀ ਕੀ ਸੀ। ਜਿੱਥੋਂ ਅਸੀਂ ਕਹਿੰਦੇ ਨਾ ਹਿੱਤੀ ਉਹਦੇ ਦੀ ਬੀਵੀ, ਐਕਚੁਅਲੀ ਉੱਥੇ ਵਰਡ ਜਿਹੜਾ ਵੇ that was not a wife, wedded wife, it was ਉਹਦੀ ਜਿਹੜੀ ਮੰਗ ਸੀ। ਔਰ ਮੰਗ ਤੁਹਾਨੂੰ ਪਤਾ ਵੇ ਕਿ ਜਿਵਿਸ਼ ਟ੍ਰੈਡੀਸ਼ਨ ਦੇ ਵਿੱਚ ਜਿਹੜੀ ਮੰਗਣੀ ਹੁੰਦੀ ਸੀ ਉਹਦੇ ਲਈ ਜਿਹੜੀ ਔਰਤ ਜਾਂ ਜਿਹਨੂੰ ਉਹਦੇ ਲਈ ਲਫ਼ਜ਼ ਏਸ਼ੀ ਇਸਤੇਮਾਲ ਹੁੰਦਾ ਸੀ। ਸੋ ਸ਼ੀ ਵਾਜ਼ ਨਾਟ ਹਿੱਤੀ ਓਰੀਅਸ wedded wife, ਉਹਦੀ wedded wife ਨਹੀਂ ਸੀ, ਲੇਕਿਨ ਉਹਦੀ ਉਹ ਜਿਹੜੀ ਇਹ ਕਿ ਮੰਗ ਜ਼ਰੂਰ ਸੀ, ਮੰਗਣੀ ਬੋਲ ਚੁੱਕੇ ਸਨ। ਔਰ ਤੁਹਾਨੂੰ ਪਤਾ ਉਸ ਟ੍ਰੈਡੀਸ਼ਨ ਦੇ ਵਿੱਚ ਅੱਜ ਵੀ ਕਈਆਂ ਜਿੱਥੇ ਮੰਗਣੀ ਹੋ ਜਾਏ ਇੱਕ ਵਾਰ ਜਾਂ ਗੱਲਬਾਤ ਹੋ ਜਾਏ, ਭਾਵੇਂ ਕੁੜੀ ਰੁਖਸਤ ਹੋਈ ਜੇ ਜਾਂ ਨਹੀਂ ਹੋਈ, ਸ਼ੀ ਵਾਜ਼ ਕੰਸੀਡਰਡ ਵਾਟ, ਮਤਲਬ ਜੀ ਕੰਮ ਡਨ ਹੋ ਗਿਆ, ਤੇ ਜ਼ਬਾਨ ਦੇ ਦਿੱਤੀ, ਕੰਮ ਹੋ ਗਿਆ, ਠੀਕ ਹੈ। ਬਿਕੋਜ਼ ਦੈਟ ਵਾਜ਼ ਅ ਪੈਟਰੀਆਰਕਲ ਸੋਸਾਇਟੀ। ਨੰਬਰ 1। ਨੰਬਰ 2 ਟ੍ਰੈਡੀਸ਼ਨ ਐਸੀ ਮੇਰੇ ਜੀਜ਼ੋ, ਮੂਸਾ ਦੀ ਸ਼ਰੀਅਤ ਦੇ ਮੁਤਾਬਕ there was a provision of divorce, okay, divorce ਦੀ provision ਮੂਸਾ ਦੀ ਸ਼ਰੀਅਤ ਦੇ ਵਿੱਚ ਹੈ ਸੀ, and that was provided on 2 grounds. divorce ਖੁਦਾ ਨੇ ਅਲਾਉ ਕੀਤੀ ਆਪੀ 2 grounds. ਨੰਬਰ 1 adultery, ਅਗਰ ਬੀਵੀ ਜਾਂ ਸ਼ੌਹਰ ਦੋਵਾਂ ਦੇ ਵਿੱਚੋਂ ਕੋਈ ਵੀ ਇੱਕ ਦੂਜੇ ਦੇ ਨਾਲ ਹਰਾਮਕਾਰੀ ਜਾਂ ਉਹਦਾ ਜ਼ਨਾ ਕਰਨ ਦਾ ਕੀ ਹੋ ਜਾਏ, ਮੁਰਤਕਬ ਹੋ ਜਾਏ, ਸੋ divorce was intact ਹੋ ਜਾਂਦੀ ਸੀ। ਔਰ divorce ਦਾ ਤਰੀਕਾ ਅਗਰ ਕੀ ਸੀ ਮੈਂ ਵੀ ਦੱਸਣਾ। ਦੂਸਰਾ ਜਿਹੜੀ ਪ੍ਰੋਵੀਜ਼ਨ ਦਿੱਤੀ ਮੂਸਾ ਨੇ,
ਔਰ ਸ਼ਰੀਅਤ ਦੇ ਵਿੱਚ ਉਹ ਸੀ ਅਬਿਊਜ਼, ਕਿ ਅਗਰ ਬੀਵੀ ਨੂੰ ਸ਼ੌਹਰ ਉਹਦਾ ਫਿਜ਼ੀਕਲੀ ਇਮੋਸ਼ਨਲੀ ਟੌਰਚਰ ਕਰਦਾ ਵੇ, ਉਹਨੂੰ ਮਾਰਦਾ ਵੇ, ਉਹਨੂੰ ਅਬਿਊਜ਼ ਕਰਦਾ ਵੇ, ਤਦ ਵੀ ਦ ਵਾਈਫ ਕੈਨ ਆਸਕ ਫॉर ਅ ਸੈਪਰੇਸ਼ਨ ਐਂਡ ਡਾਈਵੋਰਸ। ਸੋ ਦੋ ਰੀਜ਼ਨ ਸਨ। ਔਰ ਇਹਦੇ ਲਈ ਜਿਹੜਾ ਤਰੀਕਾਕਾਰ ਸੀ, ਜਿਹੜਾ ਟ੍ਰੈਡੀਸ਼ਨਲ ਰਬੈਨਿਕਲ ਤਰੀਕਾਕਾਰ ਸੀ, ਉਹਦੇ ਲਈ ਸਪੈਸ਼ਲ ਰਬੈਨਿਕਲ ਹੁੰਦੇ ਹਨ ਰੈਬਾਈ, ਜਿਹੜੇ ਡਾਈਵੋਰਸ ਰੈਬਾਈ ਹੁੰਦੇ ਸਨ। ਔਰ ਉਹ ਇੱਕ ਟਰਮ ਯੂਜ਼ ਕਰਦੇ ਨੇ ਇਬਰਾਨੀ ਜ਼ੁਬਾਨ ਦੇ ਵਿੱਚ, ਉਹਨੂੰ ਕਹਿੰਦੇ ਨੇ ਅਗੈਟ। ਅਗੈਟ ਦਾ ਮਤਲਬ ਹੁੰਦਾ ਡਾਈਵੋਰਸ ਬਿੱਲ, ਜਿਹਨੂੰ ਤਲਾਕਨਾਮਾ ਕਿਹਾ ਜਾਂਦਾ ਸੀ। ਤਲਾਕਨਾਮਾ ਹਰ ਕੋਈ ਨਹੀਂ ਦੇ ਸਕਦਾ, ਕਿਉਂਕਿ ਦੈਟ ਵਾਜ਼ ਅ ਪ੍ਰਾਈਵੇਟ ਫੈਮਿਲੀ ਮੈਟਰ। ਉਸ ਦੌਰ ਵਿੱਚ ਸ਼ਰੀਕ ਕੋਰਟ ਨਹੀਂ ਹੁੰਦੇ ਨਾ, ਉਸ ਦੌਰ ਵਿੱਚ ਕੋਰਟ ਬਾਕੀ ਸਿਵਲ ਕੋਰਟ ਹੁੰਦੇ ਹਨ। ਸੋ ਦੈਟ ਵਾਜ਼ ਅ ਫੈਮਿਲੀ ਮੈਟਰ ਜਿਹੜਾ ਕਿ ਥਰੂ ਰਿਲੀਜੀਅਸ ਇੰਸਟੀਟਿਊਸ਼ਨ ਡੀਲ ਕੀਤਾ ਜਾਂਦਾ ਸੀ। ਔਰ ਉਹ ਡੀਲ ਕਰਨ ਲਈ ਸਪੈਸ਼ਲ ਰੈਬਾਈ ਹੁੰਦਾ ਸੀ। ਔਰ ਰੈਬਾਈ ਜਦੋਂ ਫੈਮਿਲੀ ਇਸ ਮਾਮਲੇ ਨੂੰ ਡੀਲ ਕਰਦੀ ਸੀ, ਸ਼ੌਹਰ ਔਰ ਬੀਵੀ ਜਾਂ ਉਹਨਾਂ ਦੇ ਖਾਨਦਾਨ ਵਾਲੇ ਨਾਲ ਦੋ ਗਵਾਹ, ਇੱਕ ਸਕਰਾਈਬ, ਸਕਰਾਈਬ ਦਾ ਮਤਲਬ ਹੈ ਜੀ ਇੱਕ ਸ਼ਰਾ ਦਾ ਆਲਮ, ਔਰ ਇੱਕ ਰੈਬਾਈ ਜਿਹਦੇ ਕੋਲ ਅਥਾਰਟੀ ਹੁੰਦੀ ਸੀ ਡਾਈਵੋਰਸ ਬਿੱਲ ਦੇਣ ਦੀ, ਉਹ ਬਣਾ ਕੇ ਆਪਣੀ ਸ਼ਰੀਕ ਕੋਰਟ ਬਣਾਉਂਦੇ ਹਨ। ਸ਼ਰੀਕ ਕੋਰਟ ਬਣ ਗਈ, ਬੀਵੀ ਔਰ ਸ਼ੌਹਰ ਦੋਵੇਂ ਹੀ ਆ ਗਏ। ਔਰ ਸ਼ੌਹਰ ਜਿਹੜਾ ਹੁੰਦਾ ਸੀ ਉਹ ਅਗੈਟ ਉਹਨੂੰ ਕਿਹਾ ਜਾਂਦਾ ਹੈ, ਅਗੂਨੌਟ। ਮੈਂ ਇੱਕ ਹੋਰ ਲਫ਼ਜ਼ ਤੁਹਾਨੂੰ ਦੇਣ ਲੱਗਾ ਵਾਂ, ਅਗੂਨੌਟ। ਉਹ ਬਿੱਲ ਲਿਖ ਕੇ ਕੀ ਕਰਦਾ ਸੀ, ਬੀਵੀ ਦੇ ਹੱਥ 'ਚ ਦਿੰਦਾ ਸੀ ਕਿ ਲਓ ਜੀ, ਮੈਂ ਅੱਜ ਤੋਂ ਤੂੰ ਮੇਰੀ ਨਿਕਾਹ ਤੋਂ, ਮੇਰੇ ਲਾਅ ਤੋਂ ਤੂੰ ਕੀ ਹੋ ਗਈ ਹੈ, ਆਜ਼ਾਦ ਹੋ ਗਈ ਹੈ। ਔਰ ਉਹ ਬੀਵੀ ਉਹ ਬਿੱਲ ਸ਼ੌਹਰ ਦੇ ਹੱਥੋਂ ਲੈ ਕੇ ਤੇ ਉਹ ਰੈਬਾਈ ਨੂੰ ਦਿੰਦੀ ਸੀ, ਤਾਂ ਕਿ ਰਿਲੀਜੀਅਸਲੀ ਨਾਓ ਸ਼ੀ ਇਜ਼ ਫ੍ਰੀ ਟੂ ਮੈਰੀ ਐਨੀਵਨ ਐਲਸ। ਠੀਕ ਹੈ। ਇਹਦੇ ਵਿੱਚ ਸ਼ੌਹਰ ਦੇ ਕੋਲ ਬੜੀ ਪਾਵਰ ਹੁੰਦੀ ਸੀ। ਅੱਜ ਵੀ ਤੁਸੀਂ ਵੇਖੋਗੇ ਸਾਡੇ ਪੈਟਰੀਆਰਕਲ ਕਲਚਰ, ਸ਼ੌਹਰਾਂ ਕੋਲ ਬੜੀ ਪਾਵਰ ਹੁੰਦੀ ਹੈ। ਅਗਰ ਦੇਣਾ ਚਾਹਣ ਤਲਾਕ ਦੇਣ, ਨਾ ਦੇਣਾ ਚਾਹਣ ਨਾ ਦੇਣ। ਅੱਛਾ, ਕਈ ਵਿੱਚ ਖੋਚਲ ਹੁੰਦੇ ਹਨ। ਖੋਚਲ ਕੀ ਕਰਦੇ ਹਨ? ਉਹ ਕੀ ਕਰਦੇ ਹਨ ਕਿ ਉਹ ਆਪੀ ਤੇ ਸ਼ਾਦੀ ਦੂਜੀ ਕਰ ਲੈਂਦੇ ਹਨ, ਲੇਕਿਨ ਬੀਵੀ ਨੂੰ ਤਲਾਕ ਜਾਂ ਅਗਾਊਤ ਨਹੀਂ ਦਿੰਦੇ, ਉਹਨੂੰ ਸਲੇਵ ਬਣਾ ਕੇ ਰੱਖਦੇ ਹਨ। ਉਹਨੂੰ ਕਿਹਾ ਜਾਂਦਾ ਸੀ ਚੇਨਡ ਵਾਈਫ, ਕਿ ਉਹ ਚੇਨਡ ਹੈ, ਕਿਉਂਕਿ ਜਿੰਨੇ ਚਿਰ ਤੱਕ ਉਸ ਔਰਤ ਦੇ ਹੱਥ 'ਚ ਪਹਿਲੇ ਸ਼ੌਹਰ ਵੱਲੋਂ ਡਾਈਵੋਰਸ ਬਿੱਲ ਨਹੀਂ ਹੋਏਗਾ, ਸ਼ੀ ਕੈਨ ਨਾਟ ਗॉट ਅਨਦਰ ਵੈਡਿੰਗ, ਉਹ ਦੂਜੀ ਸ਼ਾਦੀ ਕਦੀ ਨਹੀਂ ਕਰ ਸਕਦੀ। ਅਗਰ ਸ਼ੌਹਰ ਭਾਵੇਂ ਕਰਕੇ ਬਹਿ ਜਾਏ, ਜਿੰਨੀਆਂ ਮਰਜ਼ੀ ਕਰ ਲਏ, ਕਿਉਂਕਿ ਉਹਦੇ ਕੋਲ ਅਨਲਿਮਿਟਿਡ ਪਾਵਰ ਸੀ ਨਾ ਪੈਟਰੀਆਰਕਲ ਸੋਸਾਇਟੀ ਦੇ ਵਿੱਚ। ਲੇਕਿਨ ਬੀਵੀ ਦੇ ਕੋਲ ਅਗਰ ਬਿੱਲ ਨਹੀਂ ਹੈ, ਸ਼ੀ ਇਜ਼ ਚੇਨਡ, ਸ਼ੀ ਕੈਨ ਨਾਟ ਮੈਰੀ ਅਗੇਨ। ਸੋਸਾਇਟੀ ਦੇ ਵਿੱਚ ਉਹ ਨਹੀਂ ਕਰ ਸਕਦੀ। ਸੋ ਇਸ ਲਈ ਇਹ ਦੋ ਰੀਜ਼ਨ ਸਨ ਜਿਹਦੇ ਵਿੱਚ ਇਹ ਬਿੱਲ ਦਿੱਤਾ ਜਾਂਦਾ ਸੀ। ਤੀਸਰੀ ਰੀਜ਼ਨ ਜਿਹੜੀ ਸੀ ਨਾ, ਜਿਹੜਾ ਦਾਊਦ ਨਾਲ ਤਾਲੁਕ ਹੈ, ਉਹ ਸੀ ਟ੍ਰੈਡੀਸ਼ਨਲ ਔਰ ਕਲਚਰਲ। ਔਰ ਉਹ ਕੀ ਸੀ? ਉਹ ਹੁੰਦਾ ਸੀ ਕਿ ਜਦੋਂ ਵਾਰ ਟਾਈਮ ਹੁੰਦਾ ਸੀ, ਜਦੋਂ ਫੌਜਾਂ ਜੰਗ ਲੜਨ ਜਾਂਦੀਆਂ ਹਨ, ਤੇ ਜਿਨ੍ਹਾਂ ਫੌਜੀਆਂ ਨੇ ਆਪਣੇ ਆਪ ਨੂੰ ਜੰਗ ਲਈ ਐਨਰੋਲ ਕੀਤਾ ਹੁੰਦਾ ਸੀ, ਉਹ ਜੰਗ ਲੜਨ ਤੋਂ ਪਹਿਲਾਂ ਉਹਨੂੰ ਕੰਡੀਸ਼ਨਲ ਡਾਈਵੋਰਸ ਕਿਹਾ ਜਾਂਦਾ ਸੀ। ਉਹ ਆਪਣੇ ਜਾਣ ਤੋਂ ਪਹਿਲਾਂ ਕੀ ਕਰਦੇ ਹਨ ਕਿ ਆਪਣੀ ਬੀਵੀ ਨੂੰ ਕੰਡੀਸ਼ਨਲ ਡਾਈਵੋਰਸ ਲਿਖ ਕੇ ਦੇ ਜਾਂਦੇ ਹਨ ਕਿ ਜੀ ਅਗਰ ਮੈਂ ਬਚ ਕੇ ਵਾਪਸ ਆ ਗਿਆ ਤੇ ਤੂੰ ਮੇਰੀ ਬੀਵੀ ਰਹੇਂਗੀ, ਲੇਕਿਨ ਇਨ ਕੇਸ ਅਗਰ ਮੈਂ ਜੰਗ ਵਿੱਚ ਮਾਰਿਆ ਗਿਆ, ਮੇਰੀ ਬੋਡੀ ਨਾ ਲੱਭੀ, ਜਾਂ ਮੈਂ ਕਤਲ ਹੋ ਗਿਆ, ਜਾਂ ਮੈਂ ਡੁੱਬ ਗਿਆ, ਜਾਂ ਮੇਰੀ ਬੋਡੀ ਦਾ ਕੋਈ ਹਿੱਸਾ ਵਾਪਸ ਨਾ ਮਿਲਿਆ, ਇਟ ਮੀਨਸ ਇੱਕ ਸਰਟਨ ਟਾਈਮ ਦੇ ਮੁਤਾਬਿਕ ਦਿਸ ਇਜ਼ ਕੰਡੀਸ਼ਨਲ ਬਿੱਲ, ਇਹ ਮੈਂ ਤੁਹਾਨੂੰ ਦੇ ਕੇ ਜਾ ਰਿਹਾ ਵਾਂ, ਸਰਟਨ ਟਾਈਮ ਤੋਂ ਬਾਅਦ ਯੂ ਆਰ ਫ੍ਰੀ ਟੂ ਗੈਟ ਮੈਰੀ। ਹਿੱਤੀਓਰੀਆ ਦੇ ਕੇਸ ਦੇ ਵਿੱਚ, ਹਿੱਤੀਓਰੀਆ ਕੌਣ ਸੀ? He was a knight, he was a warrior। ਔਰ ਉਹਨਾਂ ਦਿਨਾਂ ਦੇ ਵਿੱਚ ਬਨੀ ਅਮੋਨ ਦੇ ਨਾਲ ਕੀ ਹੋ ਰਹੀ ਸੀ? ਇਸਰਾਇਲ ਦੀ ਜੰਗ ਹੋ ਰਹੀ ਹੈ। ਓਕੇ, ਸੋ ਜੰਗ ਦੇ ਦੌਰਾਨ ਹਿੱਤੀਓਰੀਆ ਆਪਣੇ ਜਾਣ ਤੋਂ ਪਹਿਲਾਂ, ਹਾਲੇ ਯਾਦ ਰੱਖੋ, she was not his wedded wife, she was only engaged, ਜਾਂ ਨਾਂ ਲਿਆ ਗਿਆ ਸੀ ਜੀ ਕਿ ਇਹਨਾਂ ਦੀ ਸ਼ਾਦੀ ਹੋ ਰਹੀ, ਠੀਕ ਹੈ। ਲੇਕਿਨ ਚੁੱਕੇ ਜੰਗ ਸ਼ੁਰੂ ਹੋ ਗਈ, he was a knight। ਜਾਣ ਤੋਂ ਪਹਿਲਾਂ ਜਿਵੇਂ ਬਾਕੀ ਸਾਰੇ ਸਿਪਾਹੀਆਂ ਨੇ, ਲੜਨ ਵਾਲਿਆਂ ਨੇ ਆਪਣੇ ਆਪਣੇ ਕੰਡੀਸ਼ਨਲ ਡਾਈਵੋਰਸ ਬਿੱਲ ਆਪਣੀ ਬੀਵੀਆਂ ਨੂੰ ਦੇ ਕੇ ਟੁਰ ਗਏ ਸਨ, ਜਿਹਨਾਂ ਸਪੋਜ਼ ਟੂ ਬੀ ਵੈਡਡ, ਹਿੱਤੀਓਰੀਆ ਵੀ ਦੇ ਕੇ ਟੁਰ ਗਿਆ ਸੀ। ਸੋ ਟੈਕਨੀਕਲੀ she was, in the absence of Ithioria, she was a single woman, she was not wedded to anybody। ਇਸ ਵਿੱਚ ਤੁਸੀਂ ਵੇਖੋਗੇ ਕਿ ਦਾਊਦ ਦੇ ਬਾਰੇ ਲਿਖਿਆ ਵੇ ਕਿ ਜਦੋਂ ਦਾਊਦ ਨੇ ਸੁਨਾਹ ਕਲਿਆ ਕਿ ਜੀ ਪਤਾ ਕਰਾਓ ਕਿ ਇਹ ਔਰਤ ਕੌਣ ਹੈ, ਤੇ he has been told ਕਿ ਜੀ she is a single woman now, ਕਿਉਂਕਿ ਦਾ ਹਸਬੈਂਡ ਜਿਹੜਾ ਵੇ ਉਹ ਆਲਰੇਡੀ ਜੰਗ ਦੇ ਵਿੱਚ ਹੈ, and she is divorced right now, conditionally divorced until her husband come back। ਠੀਕ ਹੈ ਜੀ। ਸੋ ਦੈਟਸ, ਸੋ ਪਹਿਲੀ ਗੱਲ ਜਿਹੜਾ ਵੇ ਨਾ ਕਿ ਦਾਊਦ ਜਿਹੜਾ ਵੇ ਉਹ ਜ਼ਨਾ ਕੀਤਾ ਉਹਨੇ? ਨੋ। ਕਿਉਂ? ਬਿਕੋਜ਼ ਟੈਕਨੀਕਲੀ ਕੰਡੀਸ਼ਨਲੀ ਵੇਖਿਆ ਜਾਏ, ਉਹਨੇ ਸਿੰਗਲ ਡਾਈਵੋਰਸ ਵੂਮਨ ਦੇ ਨਾਲ ਕੀ ਕੀਤੀ? ਉਹਨੂੰ ਆਪਣੇ ਘਰ ਬੁਲਾਇਆ। That's number one. So he was vindicated from there। Number two, ਗੁਨਾਹ ਉਹਦਾ ਕੀ ਸੀ?
फिर गुनाह ने की कीता, ठीक है जी। गुनाह ने मेरे जीजो दा कलाम सानू दसदा वे ना, ਉਹਨੇ ਇਹ ਕੀਤਾ ਸੀ ਕਿ ਨਾਤਨ ਨਬੀ ਜਦੋਂ ਉਹਦੇ ਕੋਲ ਜਾਂਦਾ ਹੈ ਨਾ, ਨਾਤਨ ਉਹਨੂੰ ਕਹਿੰਦਾ ਵੇ ਕਿ ਤੂੰ ਤੇ ਬਾਦਸ਼ਾਹ ਵੇਂ, ਜਦੋਂ ਉਹਨੂੰ ਕਹਾਣੀ ਸੁਣਾਉਂਦਾ ਨਾ, ਉਹਨੂੰ ਕਹਿੰਦਾ ਤੂੰ ਤੇ ਬਾਦਸ਼ਾਹ ਵੇਂ, ਤੇਰੇ ਡਿਸਪੋਜ਼ਲ ਤੇਰੇ, ਤੂੰ ਆਪਣੇ ਏਡੀ ਵੱਡੀ ਸਲਤਨਤ ਤੇਰੇ ਕੋਲ, ਇੱਕ ਤੋਂ ਇੱਕ ਸੋਹਣੀ ਔਰਤ, ਇੱਕ ਤੋਂ ਇੱਕ ਹਾਈ ਕਲਾਸ, ਇੱਕ ਤੋਂ ਇੱਕ ਜਿਹੜਾ ਵੇ ਖਾਨਦਾਨ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹੋਏਗਾ, ਤੈਨੂੰ ਮਸਲਾ ਹੀ ਕੋਈ ਨਹੀਂ ਸੀ। ਲੇਕਿਨ ਚੂੰਕਿ ਤੂੰ ਇਹ ਕੰਮ ਛੁਪ ਕੇ ਕੀਤਾ ਵੇ, rather than you make it publicly, you have done it secretly। ਚੂੰਕਿ ਇਹ ਕੰਮ ਤੂੰ ਸੀਕਰਟ ਦੇ ਵਿੱਚ ਕੀਤਾ ਵੇ, ਉਹਦੀ ਵਜ੍ਹਾ ਨਾਲ 14ਵੀਂ ਆਇਤ ਕਹਿੰਦੀ ਏ, ਚੂंकि तूने इस काम से खुदावंद के दुश्मनों को कुफर बकने का मौका दिया है। रीजन ਉਹਦਾ ਜਿਹੜਾ ਗੁਨਾਹ ਸੀ ਨਾ, ਕਿ ਖੁਦਾਵੰਦ ਨੇ ਵੀ ਤੇਰਾ ਗੁਨਾਹ ਬਖਸ਼ਾ, ਖੁਦਾ ਨੇ ਗੁਨਾਹ ਦਾ ਕੀ ਕਰਤਾ, ਆਲਰੇਡੀ ਮਾਫ ਕਰ ਦਿੱਤਾ ਹੋਇਆ ਵੇ, ਠੀਕ ਹੈ। ਨਾਤਨ ਨਬੀ ਡਿਕਲੇਅਰ ਕਰ ਚੁੱਕਿਆ ਵੇ ਕਿ ਚੂंकि ਉਹਨੇ ਇਕਰਾਰ ਕਰ ਲਿਆ, ਸਾਊਲ ਵਾਂਗੂ ਉਹਨੇ ਬਹਾਨੇ ਨਹੀਂ ਦਿੱਤੇ ਕਿ ਨਹੀਂ ਖੁਦਾਵੰਦ ਮੈਂ ਇਹ ਤੇ ਮੈਂ ਉਹ, ਨਾ ਕਿਹਾ, ਉਹਨੇ ਕਿਹਾ ਹੇਅਰ ਆਈ ਐਮ ਸਟੈਂਡਿੰਗ, ਆਈ ਹੈਵ ਸਿਨ, ਮੈਨੂੰ ਮਾਫ ਕਰ। He confessed, ਉਹਨੇ ਕਨਫੈਸ ਕੀਤਾ। ਨਾਤਨ ਨੇ ਕਿਹਾ ਖੁਦਾਵੰਦ ਨੇ ਵੀ ਤੇਰਾ ਗੁਨਾਹ ਕੀ ਕੀਤਾ, ਬਖਸ਼ਿਆ, ਤੂੰ ਮਰੇਗਾ ਨਹੀਂ। ਸੋ ਗੁਨਾਹ ਦਾ ਕੰਮ ਮੁੱਕ ਗਿਆ ਉੱਥੇ, ਠੀਕ ਹੈ, ਠੱਪ ਕਰਤਾ। ਨਾਓ ਜਿਹੜਾ ਮੁੰਡਾ ਮਾਰਿਆ ਵੇ ਖੁਦਾ ਨੇ, ਉਹ ਸਜ਼ਾ ਜਿਹੜੀ ਸੀ ਕਾਹਦੇ ਲਈ ਸੀ, ਕਿ ਦੁਸ਼ਮਣਾਂ ਨੂੰ ਕੁਫਰ ਬਕਣ ਦਾ ਤੂੰ ਕੀ ਦਿੱਤਾ ਵੇ, ਮੌਕਾ ਦਿੱਤਾ ਵੇ। ਐਕਚੁਅਲੀ ਇਹ ਕੰਮ ਤੂੰ ਅਗਰ ਪਬਲਿਕਲੀ ਕਰਦਾ ਨਾ, ਤੇ ਤੂੰ ਇੰਨਾ ਜ਼ਿਆਦਾ ਮੌਕਾ ਨਾ ਮਿਲਦਾ, ਲੇਕਿਨ ਹੁਣ ਤੇਰੀ ਇਸ ਕੰਮ ਦੀ ਸੀਕਰਟ ਦੀ ਵਜ੍ਹਾ ਨਾਲ ਜਿਹੜਾ ਵੇ ਨਾ ਦੁਸ਼ਮਣਾਂ ਨੂੰ ਮੌਕਾ। ਦੂਜੇ ਨੰਬਰ ਤੇ ਉਹਨੂੰ ਕਿ ਜੀ ਹਿੱਤੀ ਓਰੀਆ ਜਿਹੜਾ ਸੀ ਉਹਨੂੰ ਕਤਲ ਕਰਾਇਆ, ਕਤਲ ਨਹੀਂ ਕਰਾਇਆ ਦਾਊਦ ਨੇ ਨਾ। ਮੈਂ ਇਹ ਵੀ ਅੱਜ ਕਲੀਅਰ ਕਰਦਾ, ਹੀ ਵਾਸ ਨਾਟ ਮਰਡਰਡ ਔਰ ਪਲਾਨਡ ਬਾਈ ਡੇਵਿਡ। ਤੁਹਾਨੂੰ ਯਾਦ ਹੋਏਗਾ ਦਾਊਦ ਨੇ ਹਿੱਤੀ ਓਰੀਆ ਜਦੋਂ ਘਰ ਆਇਆ ਵੇ ਨਾ, ਦਾਊਦ ਨੇ ਉਹਨੂੰ ਕੀ ਕਿਹਾ ਵੇ ਕਿ ਜਾ ਆਪਣੇ ਘਰ ਜਾ, ਠੀਕ ਹੈ, ਔਰ ਤੂੰ ਆਪਣੀ ਬੀਵੀ ਦੇ ਕੋਲ ਜਾ। ਟ੍ਰੈਡੀਸ਼ਨ ਹੈ ਸੀ ਕਿ ਜਦੋਂ ਸਿਪਾਹੀ ਜੰਗ ਤੋਂ ਵਾਪਸ ਆ ਗਿਆ, ਜਨਰਲ ਕੋਈ ਵਾਪਸ ਆ ਗਿਆ ਵੇ, ਔਰ ਅਗਰ ਉਹ ਆਪਣੀ ਮੰਗ ਦੇ ਨਾਲ ਸ਼ਾਦੀ ਇੰਟੈਕਟ ਕਰਨਾ ਚਾਹੁੰਦਾ ਵੇ ਜਾਂ ਉਹਨੂੰ ਆਪਣੀ ਬੀਵੀ ਬਣਾਉਣਾ ਚਾਹੁੰਦਾ ਵੇ, ਸੋ ਦੈਟ ਵਾਸ ਅ ਸਾਈਨ ਕਿ ਉਹ ਜਾਏਗਾ ਔਰ ਉਸ ਔਰਤ ਨੂੰ ਆਪਣੇ ਘਰ ਕੀ ਆਏਗਾ, ਵਿਆਹ ਕੇ ਲਾਏਗਾ। ਦੈਟ ਵਾਸ ਪਬਲਿਕ ਡੀਲਿੰਗ ਕਿ ਜੀ ਨਾਓ ਸ਼ੀ ਇਜ਼ ਮਾਈ ਵੈਡਡ ਵਾਈਫ, ਨਾਓ ਮੇਰੇ ਘਰ ਦੇ ਵਿੱਚ ਮੇਰੇ ਛੱਤ ਥੱਲੇ। ਤੁਹਾਨੂੰ ਯਾਦ ਹੋਏਗਾ ਹਵਾਲੇ ਦੇ ਵਿੱਚ ਹਿੱਤੀ ਓਰੀਆ ਆਪਣੇ ਘਰ ਨਹੀਂ ਗਿਆ, ਠੀਕ ਹੈ, ਘਰ ਨਹੀਂ ਗਿਆ ਆਪਣੇ। And that was a sign he don't want to get married with the Bathsheba. He already rejected that woman. ਤੀਜੇ ਨੰਬਰ ਤੇ ਜਿਹੜਾ ਤਾਲਮੂਦ ਔਰ ਰਬੈਨਿਕਲ ਟ੍ਰੈਡੀਸ਼ਨ ਹੈ ਦੱਸਦਾ ਵੇ ਕਿ ਹਿੱਤੀ ਓਰੀਆ ਜਿਹੜਾ ਸੀ ਉਹ ਆਲਰੇਡੀ ਜਿਹੜਾ ਦਾਊਦ ਐਜ਼ ਅ ਕਿੰਗ ਹੁੰਦਿਆਂ he belonged to that camp ਕਿ ਜਿਹੜੇ ਦਾਊਦ ਬਾਦਸ਼ਾਹ ਦੇ ਖਿਲਾਫ ਕੀ ਕਰਨ ਦੇ ਹਨ, ਸਾਜ਼ਿਸ਼ਾਂ ਕਰਨ ਦੇ ਸਨ। ਸੋ ਟੈਕਨੀਕਲੀ ਉਹਨੇ ਆਪਣੀ ਵਾਓ ਐਜ਼ ਅ ਨਾਈਟ ਹੁੰਦਿਆਂ ਬਾਦਸ਼ਾਹ ਦੇ ਖਿਲਾਫ, ਸ਼ੋਹਰ ਔਰ ਮੰਗ ਹੁੰਦਿਆਂ ਆਪਣੀ ਬੀਵੀ ਦੇ ਖਿਲਾਫ, he already committed these atrocities and that was the reason। ਇਸੇ ਲਈ ਬਾਈਬਲ ਮੁਕੱਦਸ ਜਿਹੜੀ ਹੈ ਉਹ ਦਾਊਦ ਨੂੰ ਐਜ਼ ਅ ਮਾਡਲ, ਇਬਨ ਦਾਊਦ, ਯਿਸੂ ਮਸੀਹ ਇਬਨ ਦਾਊਦ, ਆਉਣ ਵਾਲਾ ਮਸੀਹਾ ਦਾਊਦ ਦੀ ਨਸਲ ਦੇ ਵਿੱਚੋਂ। ਸੋ ਮੇਰੇ ਜੀਜ਼ੋ, ਜਦੋਂ ਅਸੀਂ ਦਾਊਦ ਦਾ ਕਰੈਕਟਰ ਅਸੀਂ ਕਰਾਂਗੇ, ਲੈ ਕੇ ਚੱਲਾਂਗੇ ਅੱਗੇ, ਤੇ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਨਾ ਵਾਂ। ਨੰਬਰ 1, ਦਾਊਦ ਨੇ ਹਰਾਮਕਾਰੀ ਨਹੀਂ ਕੀਤੀ। ਹੀ ਵੈਡਡ ਐਂਡ ਵਾਈਫ ਜਿਹੜੀ ਬਤਸ਼ਬਾ ਬਣੀ, she was widowed, single woman at that time। Number 2, ਹਿੱਤੀ ਓਰੀਆ was already against the kingdom। ਉਹਨੇ ਆਪਣੀ ਵਾਉਸ ਜਿਹੜੀਆਂ ਸਨ, ਉਹਨੇ ਬਾਦਸ਼ਾਹ ਦੇ ਖਿਲਾਫ ਆਲਰੇਡੀ ਉਸ ਕੈਂਪੇਨ ਦਾ ਹਿੱਸਾ ਸੀ ਜਿਹੜੀ ਬਾਦਸ਼ਾਹ ਦੇ ਖਿਲਾਫ ਸਾਜ਼ਿਸ਼ ਹੋ ਰਹੀ ਸੀ। ਸੋ ਇਸ ਲਈ ਤੁਸੀਂ ਵੇਖਦੇ ਆ ਕਿ ਉਸੇ ਔਰਤ ਬਤਸ਼ਬਾ ਦੇ ਵਿੱਚੋਂ ਜਦੋਂ ਦੂਜਾ ਪੁੱਤਰ ਪੈਦਾ ਹੋਇਆ ਵੇ, ਉਹਦਾ ਨਾਂ ਕੀ ਰੱਖਿਆ ਗਿਆ, ਸੁਲੇਮਾਨ। ਸੁਲੇਮਾਨ ਬਾਦਸ਼ਾਹ। ਅਗੇਨ ਨਾਤਨ ਗਿਆ ਵੇ, ਠੀਕ ਹੈ, ਔਰ ਖੁਦਾ ਨੇ ਕਿਹਾ ਮੇਰਾ ਪਿਆਰਾ। 15ਵੀਂ ਆयत ਪੜੋਗੇ, ਲਿਖਿਆ ਫਿਰ 24 ਆयत ऐसे 16वें बाब दूसरे सैमुअल दे 12वें बाब दी 24 आयत लिखिया जी। अंकल जी जरा पढ़ो जरा आयत। माइक अनम्यूट कर लो। दूसरा सैमुअल 12 बाब ਉਹਦੀ 24 आयत। दाऊद ने अपनी पत्नी बतशबा ਨੂੰ ਧੀਰਜ ਦਿੱਤੀ ਔਰ ਉਹਦੇ ਕੋਲ ਜਾ ਕੇ ਉਹਦੇ ਨਾਲ ਸੰਗ ਕੀਤਾ ਅਤੇ ਉਹ ਇੱਕ ਪੁੱਤਰ ਜਣੀ ਔਰ ਉਸ ਦਾ ਨਾਮ ਸੁਲੇਮਾਨ ਧਰਿਆ। ਉਹ ਯਹੋਵਾ ਦਾ ਪਿਆਰਾ ਹੋਇਆ। ਠੀਕ ਹੈ ਜੀ। ਅੱਗੇ ਫਿਰ ਨਾਤਨ ਨਬੀ ਦੁਬਾਰਾ ਗਿਆ। ਕੀ ਕਹਿ ਰਿਹਾ ਨਾਤਨ ਨਬੀ? ਅਤੇ ਉਹਨੇ ਨਾਤਨ ਨਬੀ ਦੇ ਰਾਹੀਂ ਆਖ ਕੱਲਿਆ ਅਤੇ ਉਸ ਦਾ ਨਾਮ ਯਹੋਵਾ ਦੇ ਕਾਰਨ
ਯਦੀਦਿਆ ਧਰਿਆ। ਠੀਕ ਹੈ ਜੀ, ਖੁਦਾ ਦਾ ਪਿਆਰਾ। ਦਾਊਦ ਦੇ ਕਿੰਨੇ ਬੱਚੇ ਹਨ? ਉਹਨਾਂ ਚੋਂ ਦਾਊਦ ਤੋਂ ਬਾਅਦ ਬਾਦਸ਼ਾਹ ਕੌਣ ਬਣਿਆ? ਸੁਲੇਮਾਨ। ਸੁਲੇਮਾਨ। ਠੀਕ ਹੈ, ਬਤਸਬਾ ਔਰ ਦਾਊਦ ਦੇ ਰਿਲੇਸ਼ਨਸ਼ਿਪ ਨੂੰ ਖੁਦਾ ਨੇ ਬਲੈਸ ਕੀਤਾ, ਖੁਦਾ ਨੇ ਉਹਨੂੰ ਪਿਓਰਿਟੀ ਦਿੱਤੀ, ਖੁਦਾ ਨੇ ਉਹਨਾਂ ਨੂੰ ਪੁੱਤਰ ਦਿੱਤਾ, ਔਰ ਉਹਦੇ ਤੋਂ ਅੱਗੇ ਦਾਊਦ ਦੀ ਨਸਲ ਔਰ ਅਸਲ ਜਿਹੜੀ ਹੈ ਉਹ ਚੱਲੀ ਹੈ। ਸੋ ਮੇਰੇ ਜੀਜ਼ੋ, ਅੱਜ ਅਸਾਂ ਸਿੱਖਿਆ ਵੇ ਕਿ ਦਾਊਦ ਨੈਵਰ ਕਮਿਟਡ ਅਡਲਟਰੀ, ਉਹਨੇ ਜ਼ਨਾ ਕਰੀ ਨਹੀਂ ਕੀਤੀ। ਨੰਬਰ 2, ਕਿਤੀ ਓਰੀਆ ਅਗਰ ਮਾਰਿਆ ਗਿਆ ਸੀ, ਉਹ ਉਹਦੀ ਸਾਈਨ ਕੀਤੀ ਹੋਈ ਔਰ ਉਹਦੀ ਆਪਣੀ ਡਿਊਟੀ ਸੀ, ਉਹਨੇ ਆਲਰੇਡੀ ਆਪਣੀ ਬੀਵੀ ਦੇ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਐਥਿਕਲੀ, ਮੋਰਲੀ, ਸੋਸ਼ਲੀ ਉਹ ਆਲਰੇਡੀ ਉਸ ਔਰਤ ਤੋਂ ਆਪਣੀ ਬੀਵੀ ਹੋਣ ਤੋਂ ਕੀ ਕਰ ਚੁੱਕਿਆ ਸੀ? ਰਿਜੈਕਟ ਕਰ ਚੁੱਕਿਆ ਸੀ। So that's why ਦਾਊਦ ਨੂੰ ਜਿਹੜੀ ਸਜ਼ਾ ਮਿਲੀ ਹੈ ਉਹ ਇਸ ਲਈ ਨਹੀਂ ਮਿਲੀ ਕਿ ਉਹਨੇ ਕੋਈ ਕਤਲ ਕੀਤਾ ਸੀ ਜਾਂ ਉਹਨੇ ਕੋਈ ਹਰਾਮਕਾਰੀ ਕੀਤੀ ਸੀ। ਨੋ, ਦਾਊਦ ਨੂੰ ਸਜ਼ਾ ਮਿਲੀ ਹੈ ਕਿ ਤੂੰ ਜੋ ਕਿ ਕੰਮ ਸੀਕ੍ਰੇਟਲੀ ਕੀਤਾ ਵੇ, ਬਾਦਸ਼ਾਹ ਹੁੰਦਿਆਂ that beyond to your caliber, ਖੁਦਾ ਦਾ ਨਬੀ ਹੁੰਦਿਆਂ that's beyond to your status, ਤੂੰ ਖੁਦਾ ਦੇ ਦੁਸ਼ਮਣਾਂ ਨੂੰ ਕੁਫਰ ਬਕਣ ਦਾ ਮੌਕਾ ਦਿੱਤਾ ਵੇ, ਇਸ ਲਈ ਮੁੰਡਾ ਮਾਰਿਆ ਜਾਏਗਾ। ਸੋ ਮੇਰੇ ਜੀਜ਼ੋ, ਅੱਜ ਅਸੀਂ ਦਾਊਦ ਦੇ ਜਦੋਂ ਹੁਣ ਜ਼ਬੂਰ ਅਸੀਂ ਪੜਾਂਗੇ ਤੇ ਅਸੀਂ ਦਾਊਦ ਨੂੰ ਬਿਲਕੁਲ ਫਰਕ ਐਂਗਲ ਦੇ ਨਾਲ ਔਰ ਦਾਊਦ ਨੂੰ ਬਿਲਕੁਲ ਫਰਕ ਪਰਸਪੈਕਟਿਵ ਦੇ ਨਾਲ ਅਸੀਂ ਉਹਨੂੰ ਵੇਖਣਾ ਸ਼ੁਰੂ ਕਰਾਂਗੇ। ਸੋ ਜੀ, ਓਵਰ ਟੂ ਜੀ, ਰਿਫਲੈਕਸ਼ਨ। ਮੈਂ ਇਨਵਾਈਟ ਕਰਾਂਗੀ ਅੰਕਲ ਜੋਸ਼ੂਆ ਨੂੰ ਕਿ ਉਹ ਆਪਣੀ ਸਵਾਲ, ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਮੈਨੂੰ ਇਸ ਦੇ ਵਿੱਚ ਚੌਥੀ ਤੇ 7ਵੀਂ ਆਇਤ ਜਿਹੜੀ ਆ ਉਹ ਇਸ ਤਰ੍ਹਾਂ ਜਿਹੜੀ ਮੈਂ ਲਿਖਿਆ, ਉਹਦਾ ਥੀਮ ਪਹਿਲਾਂ ਮੈਂ ਬਣਾਇਆ, rejoicing in God's protection and peace. We can place our confidence in God because he will listen when we call on him. Two kinds of joy are contrasted here. Inward joy that comes from knowing and trusting God, and happiness that comes as a result of pleasant circumstances. Inward joy is steady as long as we trust God. Happiness is unpredictable. Inward joy defects discouragement. Happiness covers it up. Inward joy is lasting. Happiness is temporary. That's it. ਥੈਂਕ ਯੂ ਅੰਕਲ ਜੀ। ਹੁਣ ਮੈਂ ਇਨਵਾਈਟ ਕਰਾਂਗੀ ਆਂਟੀ ਜੋਤੀ ਨੂੰ ਕਿ ਉਹ ਵੀ ਆਪਣੀ ਸਵਾਲ, ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਜੀ, ਇਸ ਤੇ ਮੈਨੂੰ ਜਿਹੜੀ ਪਹਿਲੀ ਆਇਤ ਹੈ ਬਹੁਤ ਚੰਗੀ ਲੱਗੀ ਹੈ। ਉਸਨੇ ਆਪਣੀ ਪ੍ਰਾਰਥਨਾ ਦੁਆਰਾ ਖੁਦਾ ਨੂੰ, ਦਾਊਦ ਨੇ ਪੁਕਾਰਿਆ ਹੈ ਔਰ ਉਸਨੇ ਪ੍ਰਾਰਥਨਾ ਕੀਤੀ ਕਿ ਖੁਦਾਵੰਦ, ਜਦੋਂ ਵੀ ਮੈਂ ਤੈਨੂੰ ਪੁਕਾਰਾਂ ਤੂੰ ਮੈਨੂੰ ਉੱਤਰ ਦੇ, ਜਦੋਂ ਮੈਂ ਸੰਕਟ ਵਿੱਚ ਸਾਂ ਤੂੰ ਮੇਰਾ ਸਹਾਰਾ ਬਣਿਆ। ਉਸਨੇ ਪ੍ਰਭੂ ਦੇ ਅੱਗੇ ਬੇਨਤੀ ਕੀਤੀ ਹੈ ਕਿ ਖੁਦਾਵੰਦ, ਜਦੋਂ ਵੀ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕੀਤੀ ਤੁਸੀਂ ਉਸਦਾ ਉੱਤਰ ਦਿੱਤਾ। ਜਦੋਂ ਕਿ ਸਾਡੀ ਜ਼ਿੰਦਗੀਆਂ ਦੇ ਵਿੱਚ ਵੀ ਇਹ ਦਾਊਦ ਦੀ ਤਰ੍ਹਾਂ ਹੋਣਾ ਚਾਹੀਦਾ ਕਿ ਜਦੋਂ ਅਸੀਂ ਖੁਦਾਵੰਦ ਨੂੰ ਪੁਕਾਰਦੇ ਹਾਂ, ਪ੍ਰਭੂ ਦੇ ਅੱਗੇ ਤੇ ਵਿਸ਼ਵਾਸ ਰੱਖਦੇ ਹਾਂ, ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ, ਖੁਦਾਵੰਦ ਸਾਡੀ ਪ੍ਰਾਰਥਨਾਵਾਂ ਦਾ ਜਵਾਬ ਦਿੰਦੇ ਆ ਔਰ ਪਿਤਾ ਪਰਮੇਸ਼ਰ ਸਾਡੀ ਹਮੇਸ਼ਾ ਸੁਣਦੇ ਆ। ਔਰ ਉਸਨੇ ਕਿਹਾ ਕਿ ਹੇ ਮਨੁੱਖੋ, ਕਦੋਂ ਤੱਕ ਤੁਸੀਂ ਆਦਰ ਦੀ ਥਾਂ ਮੇਰਾ ਨਿਰਾਦਰ ਕਰੋਗੇ। ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਖੁਦਾ ਦਾ ਇੱਜ਼ਤ ਮਾਣ ਕਰੋ, ਔਰ ਪ੍ਰਭੂ ਨੇ ਕਿਹਾ ਕਿ ਕਦੋਂ ਤੱਕ ਤੁਸੀਂ ਮੇਰਾ ਆਦਰ ਨਹੀਂ ਕਰੋਗੇ, ਕਦੋਂ ਤੱਕ ਤੁਸੀਂ ਝੂਠ ਬੋਲੋਗੇ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਬਰਾਹਮ ਔਰ ਦਾਊਦ ਦੇ ਪੁਰਾਣੇ ਨੇਮ ਵਿੱਚ ਵੀ ਇਹ ਲਿਖਿਆ ਹੋਇਆ ਕਿ ਖੁਦਾਵੰਦ ਨੇ ਕਿਹਾ ਕਿ ਕਦੋਂ ਤੱਕ ਤੁਸੀਂ ਲੋਕਾਂ ਨੂੰ ਕਿਹਾ ਕਿ ਕਦੋਂ ਤੱਕ ਤੁਸੀਂ ਮੇਰੀ ਇੱਜ਼ਤ ਨਹੀਂ ਕਰੋਗੇ, ਆਪਣੇ ਦਿਲਾਂ ਵਿੱਚ ਮੇਰੇ ਲਈ ਪਿਆਰ ਨਹੀਂ ਲੈ ਕੇ ਆਓਗੇ। ਔਰ ਇਸ ਦੀ ਜਿਹੜੀ ਤੀਸਰੀ ਆਇਤ ਹੈ ਔਰ ਚੌਥੀ, ਡਰੋ ਅਤੇ ਪਾਪ ਨਾ ਕਰੋ, ਸੌਂਦੇ ਸਮੇਂ ਵੀ ਇਸ ਤੇ ਧਿਆਨ ਕਰੋ ਅਤੇ ਸ਼ਾਂਤ ਰਹੋ। ਖੁਦਾਵੰਦ ਦੇ ਨਾਮ ਦੇ ਵਿੱਚ ਡਰੋ ਨਹੀਂ, ਪ੍ਰਾਰਥਨਾ ਕਰੋ ਔਰ ਪ੍ਰਭੂ ਦਾ ਨਾਮ ਲੈ ਕੇ ਸੌਵੋ। ਔਰ ਸਾਨੂੰ ਕਿਸੇ ਵੀ ਤਰ੍ਹਾਂ, ਕਿਸੇ ਵੀ ਅਸੀਂ ਹਾਲਤ ਵਿੱਚ ਵੀ ਹੋਈਏ ਔਰ ਕਿਸੇ ਤਰ੍ਹਾਂ ਵੀ ਕੋਈ ਵੀ ਦੁੱਖ ਤਕਲੀਫ ਹੈ, ਉਹਦੇ ਭਜਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਸਾਨੂੰ ਡਰਨਾ ਨਹੀਂ ਚਾਹੀਦਾ, ਬਲਕਿ ਪ੍ਰਾਰਥਨਾ ਵਿੱਚ ਹਮੇਸ਼ਾ ਲੱਗੇ ਰਹਿਣਾ ਚਾਹੀਦਾ। ਆਮੀਨ। ਥੈਂਕ ਯੂ ਆਂਟੀ। ਹੁਣ ਮੈਂ ਇਨਵਾਈਟ ਕਰਾਂਗੀ ਅੰਕਲ ਕਾਸ਼ਿਫ ਨੂੰ ਕਿ ਉਹ ਵੀ ਆਪਣੇ ਸਵਾਲ, ਆਪਣੀ ਕਮੈਂਟਰੀ ਸਾਡੇ ਨਾਲ ਸ਼ੇਅਰ ਕਰਨ। ਤੋਂ ਇਸ ਜ਼ਬੂਰ ਦਾ ਫਿਰ ਤੋਂ ਸਾਨੂੰ ਇੱਕ ਹਿੱਸਾ ਵੀ ਸੁਣਾ ਸਕਦੇ ਆ। ਜਿਹੜੀ ਜ਼ਬੂਰ ਦੀ ਸਾਰੀ ਲੁਬੇ ਲੁਬਾਬ ਹੈ ਔਰ ਉਹਦਾ ਜਿਹੜਾ ਕਿ ਕਰਕਸ ਹੈ ਉਹ ਤੇ ਆਲਰੇਡੀ ਟੀਮ ਨੇ ਸ਼ੇਅਰ ਕਰ ਦਿੱਤਾ। ਮੈਂ ਜਿਹੜੀ ਡਿਸਕਸ਼ਨ ਹੋ ਰਹੀ ਸੀ ਜਿਹਦੇ 'ਚ ਐਰਿਕ ਸਰਵਰ ਸਾਹਿਬ ਨੇ ਐਕਸਪਲੇਨ ਕੀਤਾ, ਉਹਦੇ 'ਚ ਇੱਕ ਚੀਜ਼ ਮੈਂ ਦੁਬਾਰਾ ਤੋਂ ਸ਼ੇਅਰ ਕਰਨਾ ਚਾਹਾਂਗਾ ਜਿਹੜੀ ਉਹਨਾਂ ਨੇ ਆਲਰੇਡੀ ਕੀਤੀ ਹੈ ਕਿ ਖੁਦਾਵੰਦ ਨੂੰ
ਇਹ ਬੁਰਾ ਲੱਗਾ ਕਿ ਮੇਰਾ ਬੰਦਾ ਉਹਦੇ ਕੰਮ ਦੇ ਵਜ੍ਹਾ ਤੋਂ ਲੋਕਾਂ ਨੂੰ ਮੇਰੇ ਨਾਂ ਦੀ ਕੁਫਰ ਬਕਣ ਦਾ ਮੌਕਾ ਮਿਲਿਆ, ਤਕਫੀਰ ਕਰਨ ਦਾ ਮੌਕਾ ਮੇਰੇ ਬੰਦੇ ਦੇ ਵਜ੍ਹਾ ਤੋਂ ਮਿਲਿਆ। ਇਹ ਚੀਜ਼ ਹੈ ਕਿ ਜਿਹੜਾ खुद, और दूसरी चीज के खुदावंद ने दाऊद ਨੂੰ ਉਦੋਂ ਚੁਣਿਆ ਜਦੋਂ ਕਿ ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਬਾਦਸ਼ਾਹ ਕੀ ਹੁੰਦਾ ਔਰ ਬਾਦਸ਼ਾਹੀ ਕਿਸ ਤਰ੍ਹਾਂ ਕਰੀਦੀ ਹੈ। ਉਹ ਐਕਚੁਅਲੀ ਬਹੁਤ ਹੀ ਸਿੰਪਲ ਚਰਵਾਹਾ ਸੀ, ਸਾਦਾ ਇੱਕ ਚਰਵਾਹਾ ਸੀ। ਖੁਦਾਵੰਦ ਆਪਣਾ ਕੰਮ ਵਾਸਤੇ ਜਿਹੜਾ ਉਹਨੇ ਸਪੈਨ ਕੀਤਾ ਓਵਰ ਦ ਨੰਬਰ ਆਫ ਇਅਰਸ, ਇਟ ਕੈਨ ਬੀ 100 years 200 years, ਉਹਦੇ ਵਾਸਤੇ ਲੋਕਾਂ ਨੂੰ ਚੁਣਦਾ ਹੈ। ਉਹਦੀ ਸ਼ਕਲ ਸ਼ੁਬਹਤ ਜਾਂ ਉਹਦੇ ਹੁਲੀਏ ਤੋਂ ਨਹੀਂ ਚੁਣਦਾ, ਬਲਕਿ ਆਪਣੇ ਕੰਮ ਦੇ ਮੁਆਫਿਕ ਲੋਕਾਂ ਨੂੰ ਚੁਣਦਾ, ਲੋਕਾਂ ਦੇ ਮੁਆਫਿਕ ਆਪਣੇ ਕੰਮ ਨਹੀਂ ਚੁਣਦਾ। ਇਸ ਵਾਸਤੇ ਉਹਨੇ ਆਪਣੇ ਕੰਮ ਦੇ ਮੁਆਫਿਕ ਇੱਕ ਐਸੇ ਸ਼ਖਸ ਨੂੰ ਚੁਣਿਆ ਜਿਹਦਾ ਉਹਨੂੰ ਪਤਾ ਸੀ ਕਿ ਇਹਨੂੰ ਉਹ ਕੰਪਲੀਟ ਕਰੇਗਾ। ਔਰ ਉਹਨੇ जिस तरह के मसीह ने किया, अगर तुझ में ईमान हो उस पहाड़ को कहे तू अपनी जगह से हिल जाएगा, पत्थर जो है वो रोटियां बन सकते हैं। ये खुदावंद जिथे नहीं बोंदा उथों कटदा है। ये सारियां चीज़ां इस क्रक्स दे अंदर ने कि जेड़ा खुदावंद दा काम है वो कंप्लीट करदा है। अगर असी गौर करिए हर एक हवाले दे अंदर दाऊद नबी दा जेड़ा काम सी ਉਹਨੇ ਸ਼ੁਰੂ ਕੀਤਾ ਸੀ ਜਿਹੜਾ ਬਹੁਤ ਦੂਰ ਤੱਕ ਜਾਣ ਵਾਲਾ ਸੀ, ਔਰ ਉਸ ਕੰਮ ਦੇ ਕਰਨ ਵਾਸਤੇ ਖੁਦਾਵੰਦ ਨੂੰ ਚੁਣਿਆ। ਇਸ ਲਈ ਇਹ ਉਹਦੀ ਬਲੇਸਿੰਗ ਹੈ ਕਿ ਉਹ ਜਿਨ੍ਹਾਂ ਨੂੰ ਚੁਣਦਾ ਉਹਨਾਂ ਵਾਸਤੇ, ਔਰ ਉਹਨਾਂ ਨੂੰ ਚਾਹੇ ਉਹ ਗਲਤੀ ਕਰਦੇ ਵੀ ਨੇ कोई टाल नहीं सकता, क्योंकि उन्होंने खुदावंद ने चुनिया। ये चीज जिहड़ी है लोग समझते नहीं कि खुदावंद दे हत्थीं चुने जाने दा मतलब की हुंदा है। You are booked for the life and beyond, and you don't choose that। तुसी आप नहीं चुनदे, ਉਹ ਜਦੋਂ ਚੁਣਦਾ ਤੇ ਇਸੇ ਜ਼ਬੂਰ ਦੇ ਦੋ ਮਿਸਰੇ ਮੈਂ ਦੁਬਾਰਾ ਗਾ ਕੇ ਸੁਣਾਵਾਂਗਾ। ਇਕਬਾਲ ਬਾਹੂ ਨੇ ਜਿਹੜਾ ओरिजिनली गाया ਜ਼ਬੂਰ 4। ਜਦੋਂ ਤੈਨੂੰ ਪੁਕਾਰਾਂ ਮੈਂ ਤੂੰ ਸੁਣ ਸੱਚੇ ਆਈ ਦੇ ਰੱਬਾ, ਮੇਰਾ ਦੁੱਖ ਦੂਰ ਕੀਤਾ ਤੂੰ, ਦੁਆ ਸੁਣ ਰਹਿਮ ਵੀ ਫਰਮਾ। तुसी लोको मेरी इज्जत करोगे ख्वार कद कर, तुसी लोको मेरी इज्जत करोगे ख्वार कद कर, रखोगे झूठ नूं प्यारा, चलोगे झूठ देरा पर। जदों तैनू पुकारा मैं तू सुन सच्चे आए दे रब्बा। बहुत बहुत शुक्रिया चौहान साहब। और ਇਹ ਜ਼ਬੂਰ ਨੰਬਰ ਜਿਹੜਾ ਅਸੀਂ ਪੜਿਆ ਨਾ 4, ਇਹਦਾ ਨਵੇਂ ਐਹਦਨਾਮੇ ਦੇ ਵਿੱਚ ਜਿਹੜਾ ਨਾ ਬੜਾ ਇੰਪੋਰਟੈਂਟ ਇਨਫਲੂਐਂਸ ਹੈ। ਔਰ ਪਤਾ ਇਨਫਲੂਐਂਸ ਕਿੱਥੇ ਵੇ? ਪੌਲੁਸ ਰਸੂਲ ਨੇ ਇਸ ਰੈਫਰੈਂਸ ਨੂੰ ਇਸਤੇਮਾਲ ਕੀਤਾ ਹੋਵੇ। ਜ਼ਰਾ ਵੇਖੋ ਕਿੱਥੇ ਕੀਤਾ ਹੋਵੇ। ਇਫਸੀਓਂ 4 ਬਾਬ ਤੇ 25 ਤੇ 26 ਆਇਤ ਜ਼ਰਾ ਪੜੋ। ਇਸ ਜੋਤੀ ਜ਼ਰਾ ਪੜਿਓ। ਔਰ ਅੰਕਲ ਜੋਸ਼ੂਆ ਦੇ ਬਾਅਦ ਇਹਨੂੰ ਵਾਈਂਡ ਅਪ ਕਰਨਗੇ। ਮੁਕਾਸ਼ਫਾ 5:5 ਤੇ ਆਪਣਾ ਫਾਈਨਲ ਜਿਹੜਾ ਹਵਾਲਾ 22-16 ਵਾਲਾ ਜੀ। ਇਫਸੀਆਂ ਉਹਦਾ 4 ਬਾਬ ਉਹਦੀ 25 ਆਇਤ। ਇਸ ਲਈ ਝੂਠ ਬੋਲਣਾ ਛੱਡ ਦਿਓ। ਧਰਮ ਗ੍ਰੰਥ ਇਸ ਬਾਰੇ ਇਹ ਕਹਿੰਦਾ ਹੈ, ਹਰ ਕੋਈ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂਕਿ ਅਸੀਂ ਸਭ ਇੱਕ ਹੀ ਸਰੀਰ ਅਤੇ ਇੱਕ ਹੀ ਅੰਗ ਹਾਂ। ਤੁਸੀਂ ਗੁੱਸਾ ਨਾ ਕਰੋ, ਪਰ ਪਾਪ ਨਾ ਕਰੋ। ਸੂਰਜ ਡੁੱਬਣ ਤੋਂ ਪਹਿਲਾਂ ਆਪਣਾ ਗੁੱਸਾ ਖਤਮ ਕਰ ਦਿਓ। ਥੈਂਕ ਯੂ ਜੀ। ਤੁਸੀਂ ਵੇਖਣ ਦੇ ਜ਼ਬੂਰ ਨੰਬਰ 4 ਦੀ 2 ਤੇ 4 ਆਇਤ ਪੌਲੁਸ ਰਸੂਲ ਨੇ ਇੱਥੇ ਕੋਟ ਕੀਤੀ ਹੈ ਸਿੱਧੀ ਸਿੱਧੀ। ਠੀਕ ਹੈ।
ਜ਼ਬੂਰ ਨੰਬਰ 4 ਦੀ ਦੂਜੀ ਆਇਤ ਕੀ ਕਹ ਰਹੀ ਹੈ ਜੀ कि तुसी कदों तक बतालत से मोहब्बत रखोगे और झूठ के क्या रहोगे, दर पै रहोगे। ठीक है जी। पौलुस की कह रहा है जी बस झूठ बोलना छੱਡ दो, क्योंकि सिस्टर ज्योति जो कहा ना धर्म ग्रंथ, पौलुस रसूल कोल दा नवा इदा मतलब जो धर्म ग्रंथ केड़ा कहन दिया वो असल जबूर 4 वाले इशारा करन दिया कि जबूर 4 ਜਿਹੜਾ कहन दिया ना उधर गौर करो कि जबूर 4 सानू की कहन दिया वे। ठीक है कि ਅੱਗੇ ਗੱਲ ਹੈ ਜੀ ਕਿ ਸੱਚ ਬੋਲੋ, ਸੱਚ ਦੀ ਕੁਰਬਾਨੀਆਂ ਚਾੜੋ। ਠੀਕ ਹੈ। ਸੋ ਲੋਕੀ ਸਮਝਦੇ ਨੇ ਕੁਰਬਾਨੀ ਸਿਰਫ ਦਹਿ ਯਕੀ ਦੇਣਾ, ਹਦੀਆ ਦੇਣਾ। ਪਾਦਰੀਆਂ ਨੇ ਡੱਬੇ ਰੱਖੇ ਹੁੰਦੇ ਨੇ। ਮੈਨੂੰ ਪਤਾ ਲੱਗਾ ਸਾਡੇ ਕੈਲੀਫੋਰਨੀਆ ਇੱਕ ਪਾਦਰੀ ਹੀ, ਉਹਨੇ ਆਪਣੇ ਕਲੀਸਿਆ ਦੇ ਬਿਜ਼ਨਸ ਤੇ ਡੱਬੇ ਰੱਖੇ ਹੋਏ। ਉਹ ਭਾਈ ਤੁਹਾਂ ਡੱਬਿਆਂ 'ਚ ਆਪਣਾ ਜੱਗਾ ਟੈਕਸ ਦਿਓ ਸਾਰੇ ਜਣੇ। ਅਜੀਬ ਗੱਲ ਹੈ ਭਾਈ। ਵੇਖੋ ਹੈ ਲੋਕਾਂ ਨੂੰ ਐਸਾ ਮੱਤ ਮਾਰੀ ਲੋਕਾਂ ਦੀ, ਲੋਕੀ ਵੀ ਏਡੇ ਸਾਦੇ ਭੋਲੇ ਵਿਚਾਰੇ। ਉਹ ਪਾਦਰੀ ਨਾ ਹੋ ਗਿਆ ਉੱਤੇ ਜੇ ਮੌਤ ਦਾ ਫਰਿਸ਼ਤਾ ਬੈਠਾ ਜਿਵੇਂ। ਤੋ ਝੂਠ ਨਾ ਬੋਲੋ, ਸੱਚ ਬੋਲੋ, ਲੋਕਾਂ ਨੂੰ ਸੱਚ ਦੱਸੋ। ਠੀਕ ਹੈ। और अगे तुसी वेखोगे कि लिखा गुस्सा तो करो मगर की ना करो, की लिखा जी थरथराओ। चौथी आयत की लिखी है थरथराओ ते गुनाह ना करो। और गुनाह किवें ना करो, वेखो पौलुस ने किवें इहनूं जरा पैराफ्रेज कीता है। अपने अपने बिस्तर पर दिल में सोचो, सुते पे की करो, यानी सोचो बिस्तर ते जान तो पहला। पौलुस रसूल उसे गल नूं पैराफ्रेज कर रहे ने कि गुस्सा तो करो पर गुनाह ना करो, और तुहाडी खफगी जिहड़ी है सूरज डुबन तक की रवे। उदों पहला की मुक जानी चाहिए है, खत्म हो जानी चाहिए है। यानी सौन तो पहला जो अपने बिस्तर ते लेटन लगो तो सोचो इस गल ते कि यार मैं किसी दे नाल कोई ज्यादती तो नहीं कर छड़ी, मेरा कहना गुस्सा तो नहीं, मेरा कहना कोई बिगड़िया तो नहीं। तुसीं वेखदे आ कि पौलुस रसूल ने जबूर नंबर 4 दी इन्हां आयतां नूं उन्हें कलीसिया दे विच उन्हें पेनिट्रेट किया वे ताकि असी इनू अपनी कलीसिया जिंदगी का हिस्सा बना सकीए। जी अंकल जोशुआ, दाऊद के बारे च मुकाशफा की किताब की कहती है? माइक खोलो अपना, तुसी खुला ही रखो, तुसी भुल जांदे हो। मैं पढ़ांगा प्रकाश दी पोथी ओदा 5वां बाब ते 5वीं आयत। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ ਨਾ ਰੋ, ਵੇਖ ਉਹ ਬੱਬਰ ਸ਼ੇਰ ਜਿਹੜਾ ਯਹੂਦਾ ਦੇ ਗੋਤ ਵਿੱਚੋਂ ਹੈ ਅਤੇ ਦਾਊਦ ਦੀ ਜੜ ਹੈ, ਉਸ ਪੋਥੀ ਅਤੇ ਉਹਦੀਆਂ 7 ਮੋਹਰਾਂ ਦੇ ਖੋਲਣ ਲਈ ਜਿੱਤ ਗਿਆ ਹੈ। Here you go। ओहो, मतलब तुसीं अंदाजा लाओ दाऊद दी असल नस्ल यहूदा दा शेर बब्बर ਜਿਹੜਾ ਕੀ ਕਰਨ ਲੱਗਾ ਹੈ, ਮੋਹਰਾਂ ਖੋਲਣ ਦੇ ਕੀ ਬਣਿਆ ਹੈ, ਲਾਇਕ ਬਣਿਆ। दाऊद ਦੀ ਅਸਲ ਨਸਲ, ਵਾਹ ਵਾਹ। मतलब ਅੰਦਾਜ਼ਾ ਲਾਓ दाऊद ਵਰਗਾ ਬੰਦਾ ਮੈਂ मतलब ਆਲਦੋ मतलब ਬਾਈਬਲ ਮੁਕੱਦਸ ਨੂੰ ਪੜ੍ਹਦੇ ਆ, ਸਟੂਡੈਂਟ ਹੁੰਦੇ ਆ, ਅਸੀਂ ਬੜਾ ਕੁਝ ਸਿੱਖਦੇ ਨੇ, ਬੜਾ ਕੁਝ ਸਾਨੂੰ ਗਲਤ ਵੀ ਸਿਖਾਇਆ ਜਾਂਦਾ ਵੇ। ਕਈ ਲੋਕੀ ਬੜੇ ਸਰਫਸ ਤੇ ਰਹਿੰਦੇ ਨੇ, ਲੇਕਿਨ ਮੈਂ ਜਦੋਂ ਦਾਊਦ ਦੀ ਇਸ ਕਹਾਣੀ ਸ਼ੁਰੂ ਕਰਨੀ ਸੀ ਨਾ, ਦਾਊਦ ਦਾ ਮੈਨੂੰ ਵਾਕਿਆ ਹਮੇਸ਼ਾ ਹੌਂਟ ਕਰਦਾ ਸੀ। मतलब ਹਾਊ ਕਮ ਕਿਵੇਂ ਹੋਇਆ। और ਅੱਜ ਇਸ ਪ੍ਰੋਗਰਾਮ ਦੀ ਔਰ ਇਸ ਐਪੀਸੋਡ ਦੀ ਤਿਆਰੀ ਕਰਦੇ ਆ, ਆਈ ਹੈਵ ਲਰਨਡ ਕਿ ਐਕਚੁਅਲੀ ਦਾਊਦ ਨੇ ਹਰਾਮਕਾਰੀ ਨਹੀਂ ਸੀ ਕੀਤੀ। ਹੀ ਵਾਸ ਅ ਰਾਈਚਸ ਪਰਸਨ, ਖੁਦਾ ਦੇ ਦਿਲ ਦੇ ਮਾਫਕ ਬੰਦਾ ਸੀ। ਉਹਨੇ ਕਤਲ ਨਹੀਂ ਸੀ ਕੀਤਾ, ਸਿਰਫ ਉਹਨੇ ਜਿਹੜਾ ਸੀਕ੍ਰੇਟ ਕੰਮ ਕੀਤਾ ਨਾ ਸ਼ਾਦੀ ਦਾ, ਉਹਨੂੰ ਪਬਲਿਕ ਕਰਨਾ ਚਾਹੀਦਾ ਸੀ। ਦੈਟ ਵਾਸ ਦਾ ਮੇਜਰ ਪੁਆਇੰਟ ਖੁਦਾ ਜਿਹੜਾ ਕਹਿ ਰਿਹਾ। ਠੀਕ ਹੈ ਜੀ। ਆਖਰੀ ਵਾਲਾ ਜੀ ਪ੍ਰਕਾਸ਼ ਦੀ ਪੋਥੀ ਉਹਦਾ 22ਵਾਂ ਬਾਬ ਤੇ 16ਵੀਂ ਆਇਤ। ਮੈਂ ਯਿਸੂ ਨੇ ਕਲੀਸਿਆ ਦੇ ਲਈ ਇਹਨਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਘੱਲਿਆ ਹੈ। ਮੈਂ ਦਾਊਦ ਦੀ ਜੜ ਅਤੇ ਅੰਸ਼ ਹਾਂ, ਮੈਂ ਸਵੇਰ ਦਾ ਉਜਲ ਤਾਰਾ। ਆਹਾ, ਕੈਸੇ ਟਾਈਟਲ ਨੇ ਜੀ ਜਿਹੜੇ ਦਾਊਦ ਦੇ ਨਾਲ ਜੁੜੇ ਹੋਏ ਨੇ। ਤੇ ਅਸਾਂ ਤੇ ਪਤਾ ਨਹੀਂ ਸਰਕਾਰੀ ਦਰਬਾਰੀ ਕਿਸਮ ਦੇ ਪਾਦਰੀਆਂ ਨੇ ਦਾਊਦ ਨੂੰ ਪਤਾ ਨਹੀਂ ਕਿਹੜੇ ਕਿਹੜੇ ਗੁਨਾਹਾਂ 'ਚ ਵਾੜ ਦਿੱਤਾ। ਤੇ ਮੁਕਾਸ਼ਫਾ ਦੀ ਕਿਤਾਬ, खुदा दा कलाम, खुदा दा इल्हाम, जो यसु मसीह दी कलीसिया दे और आखिरी खुदा दी किताब जिहड़ी बयान करदी है जी कि दाऊद दी असल नस्ल सुबह दा सितारा। सो मेरे जीजो, खुदा सानू दाऊद वर्गा दिल, दाऊद वर्गा कन्फेशन ते दाऊद वर्गी खुदा दी हमदो सना करन दी तौफीक बख्शे ताकि असी भी खुदा दे कम्मां च ते खुदा दी खिदमत दे विच अपना हिस्सा पा सकीए। थैंक यू। ਥੈਂਕ ਯੂ ਪਾਸਟਰ ਜੀ, ਐਂਡ ਥੈਂਕ ਯੂ ਤੁਹਾਡੇ ਸਾਰਿਆਂ ਦਾ ਜਿਹੜੇ ਅੱਜ ਦੇ ਐਪੀਸੋਡ ਵਿੱਚ ਸਾਡੇ ਨਾਲ ਜੁੜੇ ਰਹੇ ਆ। ਅਸੀਂ ਤੁਹਾਡੇ ਸਾਰਿਆਂ ਨਾਲ ਫਿਰ ਥਰਸਡੇ ਨੂੰ ਮਿਲ ਕੇ ਇਸ ਤਰ੍ਹਾਂ ਦਾਊਦ ਤੇ ਜ਼ਬੂਰਾਂ ਤੇ ਗੌਰ ਕਰਾਂਗੇ। ਥੈਂਕ ਯੂ। ਥੈਂਕ ਯੂ ਜੀ। ਆਮੀਨ। ਥੈਂਕ ਯੂ।